ਧਿਆਵੋ। ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਵੇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਈ ਪੀਰ ਜਿਤ ਕਿਤ ਹੋਤੇ, ਨਰ ਪਹੁੰਚੇ ਸਮੁਦਾਏ। ਜੰਗਲ ਮਹਿ ਮੰਗਲ ਕਰਿਓ, ਕਲਗੀ ਧਰ ਹਰ ਖਾਏ। ਭਈ ਪੀਰ ਜਿਤ ਕਿਤ ਹੋਤੇ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ, ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਅੰਤਰਜਾਮੀ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਆਓ ਹਾਜ਼ਰੀਆਂ ਲਵਾਈਏ। ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਈਮਾਨ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਕਿਰਪਾ ਹੋਈ ਹੈ। ਆਪਾਂ ਨੂੰ ਉਸ ਗੁਰੂ ਜੀ ਨੇ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਆਓ ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਕਲਗੀਧਰ ਪਿਤਾ ਸੱਚੇ ਪਾਤਸ਼ਾਹ ਗਰੀਬ ਨਵਾਜ ਵੱਡੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸੰਗਤ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਦੇ ਹੋ। ਸਤਿਗੁਰੂ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਸੁਣ ਕੇ ਸੱਚੇ ਪਾਤਸ਼ਾਹ ਜੀ ਨਾਹਣ ਵਿੱਚ ਗੁਰੂ ਜੀ ਨੇ ਚਰਨ ਪਾਏ ਹਨ। ਪਿਛਲਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਰਾਜੇ ਮੇਦਨੀ ਪ੍ਰਕਾਸ਼ ਦੇ ਨਾਲ ਨਾਹਣ ਦੀ ਰਿਆਸਤ ਵਿੱਚ ਚਰਨ ਪਾ ਰਹੇ ਹਨ। ਨਾਲ ਗੁਰੂ ਜੀ ਦੇ ਸਿੱਖ ਹਨ।
ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਹਣ ਪਹੁੰਚੀਆਂ ਹਨ ਜੀ। ਗੁਰੂ ਜੀ ਵੀ ਚਾਹੁੰਦੇ ਹਨ ਵੀ ਖੁੱਲੀ ਥਾਂ ਉੱਤੇ ਆਸਣ ਲਾਇਆ ਜਾਵੇ ਜੀ। ਤੁਸੀਂ ਸੁਣਿਆ ਨਾ ਜੀ, ਜਿੱਥੇ ਗੁਰੂ ਸਾਹਿਬ ਆਪ ਨੇ, ਮਹਾਰਾਜ ਜੀ ਦੇ ਪਰਿਵਾਰ ਰਿਸ਼ਤੇਦਾਰ ਨੇ, ਉੱਥੇ ਗੁਰੂ ਜੀ ਦੀਆਂ ਫੌਜਾਂ ਵੀ ਮਹਾਰਾਜ ਦੇ ਨਾਲ ਨੇ। ਜਿੱਥੇ ਫੌਜ ਨਾਲ ਹੈ ਉੱਥੇ 500 ਉਦਾਸੀ ਸਾਧੂ ਉਹ ਵੀ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ ਜੀ। ਸੋ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਜੀ ਦੇ ਨਾਲ ਹਨ। ਹਜ਼ੂਰ ਮਹਾਰਾਜ ਗਰੀਬ ਨਵਾਜ ਆਪ ਫਿਰ ਨਾਹਣ ਵੇਖਦੇ ਆ ਜੀ। ਨਾਹਣ ਦਾ ਇਲਾਕਾ ਬਹੁਤ ਸੋਹਣਾ ਇਲਾਕਾ ਸਾਧ ਸੰਗਤ ਜੀ। ਤੁਸੀਂ ਤਰ੍ਹਾਂ ਤਰ੍ਹਾਂ ਦੇ ਰੁੱਖਾਂ ਦੇ ਨਾਮ ਸੁਣੇ ਜੀ, ਦਰਖਤਾਂ ਦੇ ਨਾਮ ਸੁਣੇ ਜਿਹੜੇ ਨਾਹਣ ਦੇ ਵਿੱਚ ਸੀਗੇ। ਗੁਰੂ ਜੀ ਨੇ ਉਹ ਵੇਖੇ ਆ। ਫਿਰ ਨਾਹਣ ਦੀ ਦੂਣ ਵੇਖੀ ਜੀ, ਜੰਗਲ ਵੇਖਿਆ। ਬੜੇ ਤਰ੍ਹਾਂ ਦੇ ਹਿਰਣ, ਸ਼ੇਰ, ਹੋਰ ਵੀ ਜਾਨਵਰ, ਵੱਡੇ ਵੱਡੇ ਹਾਥੀ ਉਸ ਦੂਣ ਵਿੱਚ ਸਨ ਜੀ। ਇਲਾਕਾ ਤੇ ਬਹੁਤ ਸੋਹਣਾ, ਪਰ ਮਹਾਰਾਜ ਜੀ ਨੂੰ ਕੋਈ ਜਗ੍ਹਾ ਪਸੰਦ ਨਹੀਂ ਸੀ ਆਈ ਜੀ। ਸਹਿਜੇ ਸਹਿਜੇ ਚਲਦਿਆਂ ਚਲਦਿਆਂ ਗੁਰੂ ਜੀ ਜਮਨਾ ਦਰਿਆ ਦੇ ਕੰਢੇ ਉੱਤੇ ਪਹੁੰਚੇ ਹਨ ਜੀ। ਤਿੰਨਾਂ ਦਰਿਆਵਾਂ ਸਿਓ ਦੋਸਤੀ। ਮਹਾਰਾਜ ਬਾਣੀ ਵਿੱਚ ਲਿਖਦੇ ਜਿਹੜੇ ਰੱਬੀ ਪਿਆਰੇ ਮਹਾਂਪੁਰਖ ਹੁੰਦੇ ਆ ਨਾ, ਉਹਨਾਂ ਦੀ ਦਰਿਆਵਾਂ ਦੇ ਨਾਲ ਦੋਸਤੀ ਹੁੰਦੀ ਆ, ਮਿੱਤਰਤਾ ਹੁੰਦੀ ਹੈ। ਆਖੋ ਵਾਹਿਗੁਰੂ। ਕਿਉਂ ਜੀ? ਕਿਉਂਕਿ ਜਪ ਤਪ ਕਰਨਾ, ਭਜਨ ਕਰਨਾ ਤੇ ਦਰਿਆ ਦੇ ਖੁੱਲ੍ਹੇ ਜਲ ਵਿੱਚ ਉਹਨਾਂ ਨੇ ਇਸ਼ਨਾਨ ਕਰ ਲੈਣਾ ਜੀ। ਜਮਨਾ ਦਰਿਆ ਦੇ ਕੰਢੇ ਤੇ ਸੱਚੇ ਪਾਤਸ਼ਾਹ ਖਲੋਤੇ। ਸਮਤਲ ਜਗ੍ਹਾ ਆਈ, ਇੱਕ ਬੰਨੇ ਉੱਚੇ ਉੱਚੇ ਪਹਾੜ ਆ ਗਏ ਤੇ ਸਾਧ ਸੰਗਤ ਜੀ ਇੱਕ ਪਾਸੇ ਦੂਣ ਹੈ। ਬਹੁਤ ਸੋਹਣਾ ਇਲਾਕਾ। ਗੁਰੂ ਜੀ ਨੇ ਉੱਤੇ ਚਰਨ ਪਾਏ ਜੀ। ਉਹ ਜਿੱਥੇ ਮਹਾਰਾਜ ਪਹੁੰਚੇ ਨਾ ਜੀ, ਮੇਦਨੀ ਪ੍ਰਕਾਸ਼ ਦੀ ਰਿਆਸਤ ਦੀ ਹੱਦ ਸੀਗੀ ਸਾਧ ਸੰਗਤ ਜੀ। ਉੱਥੇ ਮੇਦਨੀ ਪ੍ਰਕਾਸ਼ ਵੀ ਸੋਚਦਾ ਵੀ ਜੇ ਹੁਣ ਮਹਾਰਾਜ ਅੱਗੇ ਚੱਲਦੇ ਆ ਤੇ ਅੱਗੇ ਤੇ ਮੇਰੀ ਰਿਆਸਤ ਹੀ ਨਹੀਂ ਹੈਗੀ ਤੇ ਮੈਂ ਮਹਾਰਾਜ ਨੂੰ ਕੀ ਆਖਾਂ। ਪਰ ਅੰਤਰਜਾਮੀ ਸਤਿਗੁਰੂ ਜੀ ਮੇਦਨੀ ਪ੍ਰਕਾਸ਼ ਦੀ ਗੱਲ ਵੀ ਜਾਣ ਗਏ। ਉਤੋਂ ਜਗ੍ਹਾ ਬੜੀ ਵਧੀਆ ਆਈ। ਗੁਰੂ ਸਾਹਿਬ ਕਹਿਣ ਲੱਗੇ, ਮੇਦਨੀ ਪ੍ਰਕਾਸ਼, ਇਹ ਥਾਂ ਸਾਨੂੰ ਪਸੰਦ ਆ ਗਈ ਹੈ। ਹੁਣ ਅਸੀਂ ਇੱਥੇ ਆਪਣਾ ਆਸਣ ਲਾਵਾਂਗੇ। ਇਸ ਜਗ੍ਹਾ ਦੇ ਉੱਤੇ ਅਸੀਂ ਹੁਣ ਆਪਣਾ ਕਿਲਾ ਬਣਾਵਾਂਗੇ। ਆਖੋ ਵਾਹਿਗੁਰੂ। ਫਿਰ ਮੇਦਨੀ ਪ੍ਰਕਾਸ਼ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ। ਮਹਾਰਾਜ ਤੁਸੀਂ ਮੇਰੇ ਅੰਦਰ ਦੀ ਗੱਲ ਬੁੱਝ ਲਈ ਹੈ। ਮੈਂ ਮੁੱਖੋਂ ਨਹੀਂ ਸੀ ਤੁਹਾਨੂੰ ਕਹਿ ਸਕਦਾ ਵੀ ਮਹਾਰਾਜ ਅੱਗੇ ਨਾ ਜਾਓ, ਪਰ ਮੈਂ ਮਜਬੂਰ ਸਾਂ। ਅੱਗੇ ਜੇ ਤੁਸੀਂ ਜਾਂਦੇ ਵੀ ਤੇ ਅੱਗੇ ਹੱਦ ਮੇਰੀ ਨਹੀਂ ਸੀ ਹੈਗੀ ਜੀ। ਅੱਗੇ ਰਾਜ ਫਤਿਹ ਸ਼ਾਹ ਦਾ ਸ਼ੁਰੂ ਹੋ ਜਾਂਦਾ ਜੀ ਤੇ ਮਹਾਰਾਜ ਇੱਥੋਂ ਤੱਕ ਮੇਰਾ ਰਾਜ ਹੈ ਤੇ ਬਹੁਤ ਵਧੀਆ। ਇਸ ਰਾਜ ਦੀ ਹੱਦ ਉੱਤੇ ਆਪ ਜੀ ਬੈਠੋਗੇ। ਕਿਉਂ? ਮੈਂ ਛੋਟਾ ਰਾਜਾ ਵਾਂ, ਫਤਿਹ ਸ਼ਾਹ ਰਾਜਾ ਮੇਰੇ ਤੋਂ ਵੱਡਾ ਰਾਜਾ ਹੈ ਤੇ ਮਹਾਰਾਜ ਉਹਨੇ ਮੇਰੇ ਨਾਲ ਵੈਰ ਧਾਰਨ ਕੀਤਾ। ਉਹ ਮੇਰੇ ਨਾਲ ਜੰਗ ਕਰਨਾ ਚਾਹੁੰਦਾ ਤੇ ਜੇ ਤੁਸੀਂ ਮੇਰੇ ਵੱਲ ਹੋ ਨਾ ਤੇ ਫਿਰ ਮੈਨੂੰ ਕੋਈ ਹਰਾ ਨਹੀਂ ਸਕਦਾ। ਆਖੋ ਵਾਹਿਗੁਰੂ। ਫਿਰ ਮੇਦਨੀ ਪ੍ਰਕਾਸ਼ ਨੇ ਦੱਸਿਆ ਮਹਾਰਾਜ ਨੂੰ ਸੱਦਣ ਦਾ ਜਿਹੜਾ ਕਾਰਨ ਸੀਗਾ ਉਹਦਾ ਜੀ। ਸੰਸਾਰੀ ਬੰਦੇ ਆ, ਸਾਡਾ ਸੁਭਾਅ ਹੁੰਦਾ ਪਹਿਲਾਂ ਕੰਮ ਕਰਾ ਲੈਣਾ, ਫਿਰ ਕਾਰਨ ਦੱਸਣਾ ਬਾਅਦ ਚੋਂ ਜੀ ਵੀ ਆਹ ਗੱਲ ਸੀਗੀ। ਮੇਦਨੀ ਪ੍ਰਕਾਸ਼ ਨੇ ਪਹਿਲਾਂ ਮਹਾਰਾਜ ਨੂੰ ਸੱਦ ਲਿਆ ਜੀ, ਫਿਰ ਦੱਸਿਆ ਵੀ ਸੱਚੇ ਪਾਤਸ਼ਾਹ ਇਸ ਕਾਰਨ ਮੈਂ ਤੁਹਾਨੂੰ ਸੱਦਿਆ ਜੀ, ਇਸ ਕਰਕੇ ਸੱਦਿਆ। ਪਰ ਮਹਾਰਾਜ ਕਹਿਣ ਲੱਗੇ, ਮੇਦਨੀ ਪ੍ਰਕਾਸ਼ ਤੂੰ ਨਹੀਂ ਡਰਨਾ, ਅਸੀਂ ਬੈਠੇ ਹਾਂ ਇੱਥੇ ਹੱਦ ਤੇ। ਇੱਧਰੋਂ ਤੇਰੀ ਹੱਦ ਉਹ ਪਾਰ ਕਰੇਗਾ ਮਾੜੇ ਮਨ ਨਾਲ, ਭਾਵ ਫਤਿਹ ਸ਼ਾਹ ਦੇ ਬੰਦੇ ਤੇਰੀ ਹੱਦ ਤਾਂ ਪਾਰ ਕਰਨਗੇ ਜੇ ਉਹਨਾਂ ਨੂੰ 2 ਸਿਰ ਲੱਗੇ ਹੋਣਗੇ। ਕਿਉਂ? ਜਿਹੜਾ ਤੇਰੀ ਹੱਦ ਪਾਰ ਕਰੇਗਾ ਨਾ, ਭਾਵ ਤੈਨੂੰ ਤੇਰੀ ਰਿਆਸਤ ਨੂੰ ਲੁੱਟਣ ਆਏਗਾ,
ਮਹਾਰਾਜ ਕਹਿੰਦੇ ਉਹਦੇ ਸਿਰ ਵੱਢ ਦਿਆਂਗੇ। ਆਖੋ ਵਾਹਿਗੁਰੂ। ਹੁਣ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜੀ, ਕੋਈ ਛੋਟੀ ਗੱਲ ਨਹੀਂ। ਸੋ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ, ਆਸਣ ਲੱਗ ਗਿਆ, ਜਿਹਨੂੰ ਆਪਾਂ ਪਾਉਂਟਾ ਸਾਹਿਬ ਕਹਿੰਦੇ ਆ ਜੀ, ਪਾਉਂਟਾ ਸਾਹਿਬ ਕਹਿੰਦੇ ਆ। ਇਹ ਉਹ ਨਗਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਸਾ ਰਹੇ ਆ। ਮਹਾਰਾਜ ਕਹਿਣ ਲੱਗੇ ਵੀ ਹੁਣ ਇੱਥੇ ਅਸੀਂ ਕਿਲ੍ਹਾ ਵਸਾਵਾਂਗੇ, ਕਿਲ੍ਹਾ ਬਣਾਵਾਂਗੇ। ਨਾਨ ਦਾ ਰਾਜਾ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਹੁਕਮ ਕਰਿਓ, ਕਿਲ੍ਹਾ ਬਹੁਤ ਛੇਤੀ ਮੈਂ ਬਣਵਾ ਦਿਆਂਗਾ। ਮਹਾਰਾਜ ਕਿਲ੍ਹਾ ਬਹੁਤ ਛੇਤੀ ਬਣਾ ਦਿਆਂਗੇ, ਆਪਣੀਆਂ ਫੌਜਾਂ ਲਾ ਦਿਆਂਗਾ, ਕਾਰੀਗਰ ਲਾ ਦਿਆਂਗਾ, ਮਤਲਬ ਕਿ ਛੇਤੀ ਸਾਰਾ ਕੰਮ ਕਰ ਦਿਆਂਗੇ। ਮਹਾਰਾਜ ਨੇ ਲਾਗੇ ਪਿੰਡਾਂ ਵਿੱਚ ਸੁਨਾਹ ਕਰ ਦਿੱਤੇ ਜੀ। ਆਖੋ ਵਾਹਿਗੁਰੂ। ਲਾਗੇ ਲਾਗੇ ਜਿਹੜੇ ਪਿੰਡ ਸੀ ਨਾ ਜੀ, ਪਿੰਡਾਂ ਵਾਲਿਆਂ ਨੂੰ ਸੁਨਾਹ ਭੇਜ ਦਿੱਤੇ ਵੀ ਭਾਈ ਆਓ, ਪਾਉਂਟਾ ਸਾਹਿਬ ਨਗਰ ਵਸਾਉਣਾ ਹੈ, ਕਿਲ੍ਹਾ ਬਣਾਉਣਾ ਹੈ। ਕਿਤੇ ਸਮਾਂ ਬਣੇ ਪਾਉਂਟਾ ਸਾਹਿਬ ਜਾ ਕੇ ਵੇਖਿਓ, ਬੜੇ ਆਨੰਦ ਵਾਲੀ ਜਗ੍ਹਾ ਸਾਧ ਸੰਗਤ ਜੀ, ਬਹੁਤ ਆਨੰਦ ਵਾਲੀ ਹੈ। ਕਥਾ ਕਰਦਿਆਂ ਕਰਦਿਆਂ ਹੀ ਮੇਰਾ ਫੁਰਨਾ ਬਣ ਗਿਆ ਵੀ ਪਾਉਂਟਾ ਸਾਹਿਬ ਜਾ ਕੇ ਦਰਸ਼ਨ ਕੀਤੇ ਜਾਣ ਜੀ, ਕਿਉਂਕਿ ਬਹੁਤ ਸੋਹਣਾ ਇਲਾਕਾ ਜੀ, ਬਹੁਤ ਸੋਹਣਾ, ਬੜੀ ਰੱਬ ਦੀ ਕਿਰਪਾ ਵਰਤਦੀ ਹੈ। ਅੱਜ ਵੀ ਜਮਨਾ ਸ਼ਾਂਤ ਹੋ ਕੇ ਲੰਘਦੀ ਹੈ। ਇਹ ਸਤਿਗੁਰੂ ਜੀ ਦੀ, ਪੂਰੇ ਗੁਰੂ ਦੀ ਵਡਿਆਈ ਹੈ ਸਾਧ ਸੰਗਤ ਜੀ। ਆਓ ਹੁਣ ਆਪਾਂ ਕਥਾ ਸਰਵਣ ਕਰੀਏ ਪਿਆਰ ਨਾਲ, ਸਾਰੀ ਸੰਗਤ ਦੋਵੇਂ ਹੱਥ ਜੋੜੀਏ, ਗੱਜ ਕੇ ਕਹੀਏ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਭਈ ਪੀਰ ਜਿਤ ਕਿਤਹੁ ਤੇ ਨਰ ਪਹੁੰਚੇ ਸਮੁਦਾਏ। ਸਤਿਗੁਰੂ ਜੀ ਨੇ ਹੁਕਮ ਕਰਤਾ, ਰਾਜੇ ਮੇਦਨੀ ਪ੍ਰਕਾਸ਼ ਨੇ ਵੀ ਲੋਕ ਭੇਜ ਦਿੱਤੇ ਜੀ। ਸੋ ਜਿਸ ਜਗ੍ਹਾ ਪਾਉਂਟਾ ਸਾਹਿਬ ਹੈ ਜੀ, ਅੱਜ ਸਤਿਗੁਰੂ ਜੀ ਦਾ ਦਰਬਾਰ ਸਥਾਨ ਹੈ, ਉਸ ਜਗ੍ਹਾ ਬਹੁਤ ਵੱਡੀ ਸੰਗਤ ਇਕੱਠੀ ਹੋ ਗਈ ਜੀ, ਵੱਡੀ ਗਿਣਤੀ ਵਿੱਚ ਜੀ। ਹਾਂਜੀ। ਜੰਗਲ ਮਹਿ ਮੰਗਲ ਕਰਿਓ, ਕਲਗੀ ਧਰ ਹਰ ਖਾਏ। ਸੱਚੇ ਪਾਤਸ਼ਾਹ ਕਲਗੀਧਰ ਸਾਡੇ ਸਤਿਗੁਰੂ ਜੀ ਮਹਾਰਾਜ ਬੜੇ ਖੁਸ਼ ਨੇ ਜੀ। ਲੋਕ ਪਤਾ ਕੀ ਕਹਿੰਦੇ ਆ? ਲੋਕ ਕਹਿੰਦੇ ਮਹਾਰਾਜ ਨੇ ਤੇ ਜੰਗਲ ਵਿੱਚ ਮੰਗਲ ਲਾ ਦਿੱਤੇ। ਹੈ ਵੀ ਇਸੇ ਤਰ੍ਹਾਂ ਸੀਗਾ ਜੀ। ਹਾਂਜੀ। ਤੋਟਕ ਛੰਦ ਹਿਤ ਕੋਟ ਚਿਨਾਵਨ ਚਾਹਿ ਧਰੀ, ਕਲਗੀਧਰ ਆਇਸ ਏਵ ਕਰੀ। ਧੰਨ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੀ ਰਸਨਾ ਤੋਂ ਆਗਿਆ ਕੀਤੀ, ਭਾਈ ਅਸੀਂ ਇੱਥੇ ਕਿਲ੍ਹਾ ਬਣਾਵਾਂਗੇ। ਹਾਂਜੀ। ਅਬ ਲੇਹੋ ਹਜ਼ਾਰ ਕਰਾਹ ਕਰੋ, ਜਮਨਾ ਤਟ ਲਿਆਏ ਬਣਾਏ ਤਰੋ। ਲੋਕ ਸਾਧ ਸੰਗਤ ਜੀ ਇਕੱਠੇ ਹੋ ਗਏ ਜੀ, ਦੂਰੋਂ ਦੂਰੋਂ ਲੋਕ ਸੰਗਤਾਂ ਆ ਗਈਆਂ ਜੀ। ਹੁਣ ਸਾਰਾ ਕੰਮ ਆਰੰਭ ਹੋਣਾ ਜੀ। ਤੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਭਾਈ ਪਹਿਲਾਂ 1000 ਰੁਪਏ ਦਾ ਕੜਾਹ ਪ੍ਰਸ਼ਾਦ ਕਰਾਓ। ਕਹਿਣ ਲੱਗੇ ਗੁਰੂ ਘਰ ਦੀ ਮਰਿਆਦਾ ਵੇਖੋ, ਬੰਦੇ ਭਾਵੇਂ ਗੱਲ ਮੰਨਣ ਜਾਂ ਨਾ ਮੰਨਣ, ਗੁਰੂ ਜੀ ਆਪ ਕੜਾਹ ਪ੍ਰਸ਼ਾਦ ਕਰਾ ਰਹੇ ਨੇ ਜੀ। ਕੜਾਹ ਪ੍ਰਸ਼ਾਦ ਨੂੰ ਐਵੇਂ ਨਹੀਂ ਮੰਨਣਾ ਜੀ। 1000 ਰੁਪਏ ਦਾ ਕੜਾਹ ਪ੍ਰਸ਼ਾਦ, ਤੁਸੀਂ ਅੰਦਾਜ਼ਾ ਲਾਓ ਵੀ ਉਸ ਸਮੇਂ 1000 ਰੁਪਈਆ ਮਤਲਬ ਕਿ ਵੱਡੀ ਮਾਤਰਾ ਵਿੱਚ ਕੜਾਹ ਪ੍ਰਸ਼ਾਦ ਬਣਿਆ ਹੋਏਗਾ ਜੀ। ਮਹਾਰਾਜ ਕਹਿਣ ਲੱਗੇ ਭਾਈ ਕੜਾਹ ਪ੍ਰਸ਼ਾਦ ਬਣਾਉਣਾ ਇੱਥੇ ਆ ਕੇ। ਹਾਂਜੀ। ਸੁਨ ਆਇਸ ਦਾਸਨ ਸ਼ੀਘਰ ਧਰੀ। ਗੁਰੂ ਕੇ ਸਿੱਖਾਂ ਨੇ ਉਸੇ ਵੇਲੇ ਆਗਿਆ ਮੰਨੀ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ। ਬਨਵਾਏ ਭਲੇ ਬਿਦ ਸੰਚ ਕਰੀ। ਬੜੀ ਸੋਚ ਨਾਲ ਜੀ, ਬੜੀ ਪਵਿੱਤਰਤਾ ਦੇ ਨਾਲ, ਬੜੀ ਮਰਿਆਦਾ ਦੇ ਨਾਲ 1000 ਰੁਪਏ ਦੀ ਰਸਦ ਲਿਆ ਕੇ ਤੇ ਕੜਾਹ ਪ੍ਰਸ਼ਾਦ ਬਣਾਇਆ ਜਾ ਰਿਹਾ ਸਾਧ ਸੰਗਤ ਜੀ। ਹਾਂਜੀ।
ਸਭ ਆਨ ਧਰਿਓ ਤਤਕਾਲ ਤਹਾਂ। ਤੇ ਕੜਾ ਪ੍ਰਸ਼ਾਦ ਬਣਾ ਕੇ ਤੇ ਮਰਿਆਦਾ ਜੀ ਕੜਾ ਪ੍ਰਸ਼ਾਦ ਬਣਾਉਂਦਿਆਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਆਖੋ ਵਾਹਿਗੁਰੂ। ਜਿੱਥੇ ਜਿੱਥੇ ਕੋਈ ਮਰਿਆਦਾ ਨਾਲ ਬਣਾਉਂਦਾ ਉੱਥੇ ਉੱਥੇ ਗੁਰੂ ਜੀ ਦੀ ਕਿਰਪਾ ਵੀ ਵਰਤਦੀ ਹੈ ਜੀ। ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਬੜੇ ਹੀ ਪਿਆਰ ਨਾਲ ਗੁਰਸਿੱਖਾਂ ਨੇ ਕੜਾ ਪ੍ਰਸ਼ਾਦ ਬਣਾ ਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆ ਕੇ ਰੱਖਿਆ ਜੀ। ਹਾਂਜੀ। ਜਮਨਾ ਤਟ ਬੈਠਨ ਥਾਨ ਜਹਾਂ। ਤੇ ਜਿੱਥੇ ਗਰੀਬ ਨਵਾਜ ਬੈਠੇ ਨੇ ਜਮਨਾ ਨਦੀ ਦੇ ਕੰਢੇ ਉੱਤੇ ਉਸ ਜਗ੍ਹਾ ਸੰਗਤਾਂ ਵੀ ਆ ਗਈਆਂ ਤੇ ਕੜਾ ਪ੍ਰਸ਼ਾਦ ਵੀ ਆ ਗਿਆ ਜੀ। ਗੁਰੂ ਨਾਨਕ ਆਦਿਕ ਨਾਮ ਲਿਏ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਨੇ ਦੀਵਾਨ ਆਨੰਦ ਚੰਦ ਮਾਮਾ ਕਿਰਪਾਲ ਚੰਦ ਹੋਣਾ ਨੂੰ ਆਖਿਆ ਵੀ ਭਾਈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਨਾਮ ਲੈ ਕੇ ਅਰਦਾਸ ਕਰੋ। ਅੱਜ ਨਵੇਂ ਨਗਰ ਨੂੰ ਵਸਾਉਣ ਲੱਗੇ ਆ। ਨਵੇਂ ਨਗਰ ਦੀ ਆਰੰਭਤਾ ਹੋਣ ਲੱਗੀ ਹੈ। ਸੋ ਸਤਿਗੁਰੂ ਜੀ ਦਾ ਨਾਮ ਲੈ ਕੇ ਕਰ ਜੋਰ ਖਰੇ ਅਰਦਾਸ ਕੀਏ। ਸਾਰੇ ਖਲੋ ਗਏ ਤੇ ਅਰਦਾਸ ਬੇਨਤੀ ਕੀਤੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਬੇਨਤੀ ਕਰਦਾ ਗੁਰਮੁਖੋ, ਖੁਦ ਗੁਰੂ ਸਾਹਿਬ ਮਾਲਕ ਨੇ। ਅਰਦਾਸ ਤੇ ਗੁਰੂ ਸਾਹਿਬ ਅੱਗੇ ਕਰਨੀ ਨਾ ਜੀ। ਤੇ ਉਹ ਗੁਰੂ ਨਾਨਕ ਸਾਹਿਬ ਦਾ ਤੇ ਆਪ ਰੂਪ ਨੇ ਗੁਰੂ ਗੋਬਿੰਦ ਸਿੰਘ ਜੀ। ਮਹਾਰਾਜ ਆਪ ਅਰਦਾਸ ਕਰਵਾ ਰਹੇ ਹੈ। ਕਿਉਂ ਕਰਵਾ ਰਹੇ? ਕਿ ਸਿੱਖ ਵੇਖਣ ਤੇ ਸਿੱਖਾਂ ਨੂੰ ਇਹ ਸੁਮੱਤ ਮਿਲੇ ਵੀ ਕੋਈ ਵੀ ਕੰਮ ਕਰਨਾ ਤੇ ਸਭ ਤੋਂ ਪਹਿਲਾਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਰਨਾ ਜੀ। ਅਰਦਾਸ ਤੋਂ ਬਗੈਰ ਕੰਮ ਨਹੀਂ ਕਰਨਾ ਜੀ। ਸ਼ੁਭ ਕਾਰਜ ਜਿਹੜਾ ਕਰਨਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕੀਤੀ ਗਈ। ਦਸਮੋ ਪਤਸ਼ਾਹ ਚਿਨਾਵਤ ਹੈ। ਕੀ ਅਰਦਾਸ ਕੀਤੀ ਜੀ ਗੁਰੂ ਦੇ ਸਿੱਖ ਨੇ? ਹੇ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਸਾਰੇ ਨਾਮ ਲਏ। ਮਹਾਰਾਜ 10ਵੇਂ ਪਾਤਸ਼ਾਹ ਇਸ ਜਮਨਾ ਨਦੀ ਦੇ ਕੰਢੇ ਉੱਤੇ ਜਮਨਾ ਤਟ ਕੋਟ ਬਨਾਵਤ ਹੈ। ਮਹਾਰਾਜ ਕਿਲਾ ਬਣਵਾਉਣ ਲੱਗੇ ਹੈ। ਸੱਚੇ ਪਾਤਸ਼ਾਹ ਦਿਨ ਰੈਨ ਸਹਾਇਕ ਆਪ ਬਨੋ। ਤੇ ਆਪ ਕਿਰਪਾ ਕਰਿਓ, ਦਿਨ ਰਾਤ ਸਹਾਈ ਹੋਇਓ ਜੀ। ਹੁਣ ਵੇਖੋ ਨਾ ਜੀ, ਇਹ ਵੀ ਇੱਕ ਸਵਾਲ ਹੈ ਵੀ ਕੰਮ ਤੇ ਕਰਨਾ ਜੀ ਤੇ ਅਰਦਾਸ ਕੀ ਕਰਨੀ ਜੀ। ਉਹ ਜਿਹੜੀ ਅਰਦਾਸ ਹੈ ਨਾ ਉਹ ਸੁਣੋ। ਬਿਗਨਾਗਨ ਕੋ ਤਤਕਾਲ ਹਨੋ। ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਆਪ ਕਿਰਪਾ ਕਰਿਓ, ਰਾਤ ਦਿਨ ਸਹਾਇਤਾ ਕਰਿਓ, ਦਿਨ ਰਾਤ ਸਾਡੀ ਸਹਾਇਤਾ ਕਰਿਓ ਤੇ ਬਿਗਨਾਂ ਦਾ ਨਾਸ਼ ਕਰ ਦਿਓ। ਆਖੋ ਵਾਹਿਗੁਰੂ ਵਾਹਿਗੁਰੂ। ਬਿਗਨ ਕੀ ਹੁੰਦਾ ਜੀ? ਬਿਗਨ ਹੁੰਦੀ ਰੁਕਾਵਟ। ਕਈ ਵਾਰੀ ਕਿਸੇ ਨਾ ਕਿਸੇ ਕੰਮ ਨੂੰ ਆਰੰਭੀਏ ਜਦੋਂ ਕੋਈ ਨਾ ਕੋਈ ਰੁਕਾਵਟ ਵਿੱਚ ਆਣ ਖੜੀ ਹੁੰਦੀ ਜੀ। ਤੇ ਅਰਦਾਸ ਕਰਨੀ ਹੈ। ਕੀ ਅਰਦਾਸ ਕਰਨੀ ਹੈ? ਮਹਾਰਾਜ ਆਪ ਸਹਾਈ ਹੋਇਓ ਤੇ ਬਿਗਨ ਨਾਸ਼ ਕਰ ਦਿਓ। ਇਮ ਹੋਏ ਖਰੇ ਅਰਦਾਸ ਕਰੀ। ਇਸ ਤਰੀਕੇ ਨਾਲ ਖਲੋ ਕੇ ਸਾਰਿਆਂ ਨੇ ਅਰਦਾਸ ਕੀਤੀ। ਕਰ ਬੰਦ ਭਲੇ ਪ੍ਰਣਾਮ ਕਰੀ। ਤੇ ਫਿਰ ਨਾ ਅਰਦਾਸ ਕਰਕੇ ਮੱਥਾ ਟੇਕਿਆ ਜੀ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਬੇਨਤੀ ਕੀਤੀ ਜੀ। ਇਹ ਮਰਿਆਦਾ ਗੁਰੂ ਘਰ ਦੀ। ਕੀਤਾ ਲੋੜੀਆ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਹਾਂਜੀ। ਬਹਰੋ ਸਭ ਮੈਂ ਵਰਤਾਏ ਦਿਓ। ਫਿਰ ਕੜਾਹ ਪ੍ਰਸ਼ਾਦ ਵਰਤਾਇਆ ਗਿਆ ਸਾਰਿਆਂ ਵਿੱਚ ਦੀ। ਕਰ ਆਦਰ ਲੈ ਮੁਖ ਖਾਨ ਕੀਓ। ਤੇ ਬੜੇ ਸਤਿਕਾਰ ਨਾਲ ਕੜਾਹ ਪ੍ਰਸ਼ਾਦ ਲੈ ਕੇ ਸੰਗਤ ਨੇ ਛਕਿਆ ਜੀ। ਚੇਤਾ ਰੱਖਿਓ, ਕੜਾਹ ਪ੍ਰਸ਼ਾਦ ਜਦੋਂ ਲੈਣਾ ਤੇ ਕੜਾਹ ਪ੍ਰਸ਼ਾਦ ਬੜੇ ਸਤਿਕਾਰ ਨਾਲ ਛਕਣਾ ਜੀ। ਉਹ ਸਤਿਗੁਰੂ ਜੀ ਦਾ ਪ੍ਰਸ਼ਾਦ ਹੈ। ਇਹ ਕੋਈ ਲੱਡੂ ਪੇੜੇ ਥੋੜੀ ਹੈਗੇ ਜੀ। ਇਹ ਗੁਰੂ ਸਾਹਿਬ ਦਾ ਪ੍ਰਵਾਨ ਹੋਇਆ ਪ੍ਰਸ਼ਾਦ ਹੈ ਜੀ। ਸੀਤ ਪ੍ਰਸ਼ਾਦ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ।
ਬੜੇ ਸਤਿਕਾਰ ਨਾਲ ਗੁਰਸਿੱਖਾਂ ਨੇ ਕੜਾ ਪ੍ਰਸ਼ਾਦ ਛਕਿਆ ਜੀ। ਪਹਿਲੇ ਅਰਦਾਸੀਏ ਸਿੰਘ ਅਰਦਾਸ ਕਰਦੇ ਸੀ, ਹੁਣ ਤੇ ਕਾਹਲੀ ਇੰਨੀ ਹੁੰਦੀ ਵੀ ਕਰਦੇ ਹੀ ਨਹੀਂ, ਵੀ ਮਹਾਰਾਜ ਕੜਾ ਪ੍ਰਸ਼ਾਦ ਨੂੰ ਭੋਗ ਲੱਗੇ ਤੇ ਨਾਲ ਕਹਿੰਦੇ ਸੀ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਸੋ ਬੜੇ ਸਤਿਕਾਰ ਨਾਲ ਕੜਾ ਪ੍ਰਸ਼ਾਦ ਸਭ ਨੇ ਛਕਿਆ, ਛਕ ਕੇ ਨਮਸਕਾਰ ਕੀਤੀ। ਪੁਨ ਆਪ ਉਠੇ ਨ੍ਰਿਪ ਸੰਗ ਲਿਓ। ਫਿਰ ਸੱਚੇ ਪਾਤਸ਼ਾਹ ਜੀ ਆਪ ਉੱਠੇ ਜੀ, ਨਾਲ ਰਾਜੇ ਮੇਦਨੀ ਪ੍ਰਕਾਸ਼ ਨੂੰ ਲਿਆ ਹੈ। ਪ੍ਰਧਾਨ ਸਮੂਹ ਸੁਸੰਗ ਪਇਓ। ਸਭ ਮੰਤਰੀ ਵੀ ਮੇਦਨੀ ਪ੍ਰਕਾਸ਼ ਦੇ ਨਾਲ ਹੋਏ ਜੀ। ਹਾਂਜੀ, ਵਿਸਤਾਰ ਜਿਤੇਕ ਵਿਸਾਲ ਚਾਹਿਓ। ਜਿੰਨਾ ਇਲਾਕਾ ਮਹਾਰਾਜ ਕਰਨਾ ਚਾਹੁੰਦੇ ਸੀ ਨਾ ਜੀ, ਵਸਾਉਣਾ ਚਾਹੁੰਦੇ ਸਨ, ਜਿਨ ਬੇਕਹੁ ਕੋਟ ਸੁਨਾਏ ਕਹਿਓ। ਸਤਿਗੁਰੂ ਜੀ ਨੇ ਦੱਸ ਦਿੱਤਾ ਵੀ ਇੱਥੋਂ ਲੈ ਕੇ ਇੱਥੋਂ ਤੱਕ ਇੱਕ ਕਿਲਾ ਉਸਾਰਨਾ ਹੈ। ਸਾਧ ਸੰਗਤ ਜੀ, ਅੱਜ ਤੇ ਉਹ ਕਿਲਾ ਨਹੀਂ ਲੱਭਦਾ ਉੱਥੇ, ਜਦੋਂ ਜਾਈਏ ਵੀ ਉਹ ਕਿਲਾ ਹੋਵੇ। ਪਰ ਉਦੋਂ ਭਾਈ ਸੰਤੋਖ ਸਿੰਘ ਜੀ ਦੱਸਦੇ ਵੀ ਸਤਿਗੁਰੂ ਜੀ ਨੇ ਕਿਲਾ ਰਚਵਾਇਆ ਜੀ। ਹਾਂਜੀ, ਜਿਸ ਬੀਚ ਹਜ਼ਾਰਾਂ ਬੀਰ ਰਹੈ। ਮਹਾਰਾਜ ਕਹਿਣ ਲੱਗੇ ਇੰਨਾ ਕੁ ਵੱਡਾ ਕਿਲਾ ਬਣਾਉਣਾ ਵੀ ਹਜ਼ਾਰਾਂ ਬੰਦੇ ਉਸ ਕਿਲੇ ਵਿੱਚ ਰਹਿ ਸਕਣ ਜੀ। ਹਾਂਜੀ, ਹੈ ਬ੍ਰਿੰਦਨ ਕੋ ਜਹ ਥਾਨ ਲਹੈ। ਵੀ ਕਿਲੇ ਦੇ ਵਿੱਚ ਹੀ ਹਾਥੀ ਵੀ ਰੱਖਣੇ ਆ ਤੇ ਕਿਲੇ ਦੇ ਵਿੱਚ ਹੀ ਘੋੜੇ ਰੱਖਣੇ ਆ। ਹਾਂਜੀ, ਲਰ ਬੇਹਿਤ ਘਾਤ ਬਨਾਏ ਕਰੋ। ਹਾਂਜੀ, ਹਤ ਹੇਤ ਤੁਫੰਗ ਵਿਦਾਨ ਤਰੋ। ਫਿਰ ਜਦੋਂ ਜੰਗ ਕਰਨੀ ਹੈ ਤੇ ਜੰਗ ਵਾਸਤੇ ਵੀ ਉਹ ਕਿਲਾ ਜਿਹੜਾ ਉਹ ਪਰਫੈਕਟ ਹੋਵੇ ਜੀ, ਵਿੱਚ ਮੋਰਚੇ ਬਣਾਉਣੇ ਆ ਕਿਲੇ ਦੇ। ਹਾਂਜੀ, ਗੁਰਪੂਰਬ ਹਾਥ ਲਗਾਏ ਦਿਓ। ਹਾਂਜੀ, ਰਣ ਲੇਨ ਫਤਿਹ ਉਤਸਾਹ ਹਿਓ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਨਾ ਸਭ ਤੋਂ ਪਹਿਲੀ ਇੱਟ ਕਹਿ ਲੋ, ਨੀ ਕਹਿ ਲੋ, ਗਨ ਪਾਹਨ ਆਨ ਬਨਾਏ ਤਰੈ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹ ਪਹਿਲੀ ਇੱਟ ਜਿਹੜੀ ਸੀ ਆਪ ਰੱਖੀ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਇਉਂ ਵੀ ਕਹਿ ਸਕਦੇ ਆ ਵੀ ਨਗਰ ਦੀ ਨੀਂਹ ਜਿਹੜੀ ਉਹ ਸਤਿਗੁਰੂ ਜੀ ਨੇ ਆਪ ਰੱਖੀ ਦੀ। ਹਾਂਜੀ, ਮ੍ਰਿਤ ਕਾ ਗਨ ਡਾਲਤ ਪੰਕ ਕਨੋ। ਹਾਂਜੀ, ਬਹੁ ਰੋਰ ਪਰੋ ਬੜ ਜੰਗ ਮਨੋ। ਤੇ ਬਸ ਫਿਰ ਬੜੇ ਲੋਕ ਆਏ ਜੀ, ਬੜੀ ਬੜੀ ਸਾਧ ਸੰਗਤ ਜੀ ਸੇਵਾ ਸ਼ੁਰੂ ਕੀਤੀ। ਉਥੋਂ ਮਿੱਟੀ ਪੁੱਟ ਕੇ ਬਰਾਬਰ ਕਰਨ ਲੱਗੇ। ਸਿਰ ਉਪਰ ਕੋਏ ਉਠਾਵਤ ਹੈ। ਕਈ ਮਿੱਟੀਆਂ ਪੁੱਟ ਰਹੇ ਆ, ਮਿੱਟੀ ਨੂੰ ਪੁੱਟ ਰਹੇ ਆ, ਕਈ ਟੋਕਰੀਆਂ ਚ ਪਾ ਕੇ ਸਿਰ ਤੇ ਰੱਖ ਰਹੇ ਹਨ। ਗਨ ਪਾਥਰ ਕੋ ਉਖਰਾਵਤ ਹੈ। ਕਹਿਣ ਲੱਗੇ ਪੱਥਰਾਂ ਨੂੰ ਉਖਾੜ ਰਹੇ ਆ, ਜਿੱਥੇ ਸਹੀ ਕਰਕੇ ਲਾਉਣਾ ਉੱਥੇ ਲਾ ਰਹੇ ਹਨ। ਹਾਂਜੀ, ਰਗਬੀਰ ਮਨੋ ਦਦ ਸੇਤ ਕਰਿਓ। ਕਹਿੰਦੇ ਜਿਵੇਂ ਸ਼੍ਰੀ ਰਾਮਚੰਦਰ ਜੀ ਨੇ ਸਮੁੰਦਰ ਦੇ ਉੱਤੇ ਪੁੱਲ ਬਣਾਉਣਾ ਸੀ ਨਰ ਬ੍ਰਿੰਦਨ ਤੇ ਇਮਰੋਰ ਪਰਿਓ। ਤੇ ਬੜਾ ਰੌਲਾ ਪਿਆ ਰਿਹਾ ਨਾ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਸਾਰੇ ਵਾਨਰ ਲੱਗੇ ਜੀ, ਉਹਨਾਂ ਨੇ ਜਾ ਕੇ ਸਾਧ ਸੰਗਤ ਜੀ ਉਹ ਪੁੱਲ ਦਾ ਕਾਰਜ ਕੀਤਾ। ਕਹਿੰਦੇ ਮਹਾਰਾਜ ਪਾਉਂਟਾ ਸਾਹਿਬ ਵਸਾਉਣ ਲੱਗੇ, ਪਤਾ ਨਹੀਂ ਕਿਧਰੋਂ ਕਿਧਰੋਂ ਸੰਗਤ ਆ ਗਈ ਜੀ। ਹਾਂਜੀ, ਕਹਿ ਕੋ ਇੱਕ ਕਾਰ ਕਰਾਵਤ ਹੈ। ਬਿਦ ਰਾਖਨ ਕੋ ਸੁਬਤਾਵਤ ਹੈ। ਸਤਿਗੁਰੂ ਗਰੀਬ ਨਵਾਜ ਬੜੇ ਖੁਸ਼ ਨੇ ਜੀ, ਗੁਰਸਿੱਖਾਂ ਦੀ ਡਿਊਟੀ ਲਾਈ ਹੈ। ਉਹ ਕਹਿ ਕਹਿ ਕੇ ਕਾਰਜ ਕਰਾ ਰਹੇ ਵੀ ਇੰਜ ਕਾਰਜ ਕਰਨਾ, ਇੰਜ ਕਾਰਜ ਕਰਨਾ ਹੈ। ਗੁਰ ਸੰਜ ਸਕਾਰ ਨਿਹਾਰਤ ਹੈ। ਗਰੀਬ ਨਵਾਜ ਆਪ ਵੀ ਸਵੇਰੇ ਸ਼ਾਮ ਆ ਕੇ ਤੋਂ ਉਸ ਅਸਥਾਨ ਨੂੰ ਵੇਖਦੇ ਆ ਵੀ ਕਿਸ ਤਰੀਕੇ ਦੇ ਘਰ ਬਣਾਏ ਜਾ ਰਹੇ ਆ, ਕਿਸ ਤਰੀਕੇ ਨਾਲ ਸਾਰਾ ਕੁਝ ਉਸਾਰਿਆ ਜਾ ਰਿਹਾ ਹੈ। ਮੁਖ ਸਾਧ ਹੈ ਸਾਧ ਉਚਾਰਤ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਫਿਰ ਜਿਹੜੇ ਬੜੇ ਪਿਆਰ ਨਾਲ ਸੇਵਾ ਕਰ ਰਹੇ ਨਾ, ਮੁਖ ਸਾਧ ਹੈ ਸਾਧ ਉਚਾਰਤ ਹੈ। ਕਹਿੰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਾਬਾਸ਼ ਵੀ ਦਿੰਦੇ ਆ। ਗੁਰਮੁਖੋ ਇਹ ਪੂਰੇ ਸਤਿਗੁਰੂ ਨੇ, ਪੂਰੇ ਸਤਿਗੁਰੂ ਜੀ ਕਿਸੇ ਨੂੰ ਸ਼ਾਬਾਸ਼ ਵੀ ਦਿੰਦੇ ਹੋਣਗੇ ਨਾ ਤੇ ਉਹਦਾ ਭਲਾ ਹੋ ਜਾਂਦਾ ਹੋਏਗਾ ਜੀ। ਹਾਂਜੀ, ਮਹਿਪਾਲਕ ਸੈਨ ਕਰੈ ਕ੍ਰਿਤ ਕੋ। ਰਾਜੇ ਦੀ ਸੈਨਾ ਵੀ ਨਾਲ ਲੱਗੀ ਆ ਜੀ, ਮੇਦਨੀ ਪ੍ਰਕਾਸ਼ ਦੀ ਸਾਰੀ ਸੈਨਾ ਨਾਲ ਲੱਗ ਕੇ ਕਾਰਜ ਕਰਵਾ ਰਹੀ ਹੈ। ਗੁਰ ਸੰਗਤ ਭਾਉ ਧਰੇ ਚਿਤ ਕੋ। ਸਾਰੇ ਬੜੇ ਪ੍ਰੇਮ ਨਾਲ
ਗੁਰੂ ਦੀ ਸੰਗਤ ਵੀ, ਸਤਿਗੁਰੂ ਜੀ ਦਾ ਨਗਰ ਬਣ ਰਿਹਾ ਤੇ ਸੇਵਾ ਕਰ ਰਹੀ। ਤੇ ਨਗਰ ਕਿਹੜਾ ਬਣਿਆ ਜੀ? ਪਾਉਂਟਾ ਸਾਹਿਬ। ਆਖੋ ਵਾਹਿਗੁਰੂ। ਜਿੱਥੇ ਚਰਨ ਟਿਕਾਇਆ। ਪਾਉਂਟਾ ਦਾ ਅਰਥ ਹੈ, ਪਾਉਂ ਦਾ ਅਰਥ ਹੈ ਪੈਰ, ਤੇ ਟਾ ਦਾ ਅਰਥ ਹੈ ਟਿਕਾਉਣਾ ਜੀ, ਜਿੱਥੇ ਪੈਰ ਟਿਕਾਇਆ ਜੀ। ਤੇ ਉਂਝ ਆਪਾਂ ਸਤਿਗੁਰੂ ਜੀ ਦੇ ਚਰਨ ਕਹਿੰਦੇ ਨੇ, ਜਿੱਥੇ ਮਹਾਰਾਜ ਨੇ ਚਰਨ ਟਿਕਾ ਲਏ ਉਹਨੂੰ ਪਾਉਂਟਾ ਕਹਿੰਦੇ ਆ ਜੀ। ਹਾਂਜੀ। ਕਲਗੀ ਧਰ ਕੇ ਪਟਕਾਰ ਕਰੈ। ਕਲਗੀ ਧਰ ਕੇ ਭਟਕਾਰ ਕਰੈ। ਤੇ ਸਤਿਗੁਰੂ ਦੀ ਵੀ ਫੌਜ ਹੈ, ਉਹ ਵੀ ਨਾਲ ਸਾਰੇ ਕਾਰ ਸੇਵਾ ਕਰਦੇ ਹਨ। ਪੰਜ ਭਰਾਤ ਕਰਾਵਤ ਤੀਰਥ ਰੈ। ਪੰਜੇ ਭਰਾ ਸੱਚੇ ਪਾਤਸ਼ਾਹ ਜੀ ਦੇ, ਉਹ ਵੀ ਉੱਥੇ ਖਲੋ ਕੇ ਕਾਰ ਸੇਵਾ ਆਪ ਵੀ ਕਰਦੇ ਆ ਤੇ ਕਰਵਾਉਂਦੇ ਵੀ ਹਨ। ਬੜ ਬ੍ਰਿੰਦ ਮਸੰਦਨ ਸੰਗ ਲਿਏ। ਬੜੇ ਵੱਡੇ ਵੱਡੇ ਮਸੰਦ ਜਿਹੜੇ ਆ, ਉਹਨਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਵੀ ਤੁਸੀਂ ਵੀ ਲੱਗੋ ਭਾਈ। ਨੰਦ ਚੰਦ ਕਹੈ ਉਤਸਾਹ ਦੀਏ। ਦੀਵਾਨ ਨੰਦ ਚੰਦ ਜੀ ਸਾਰਿਆਂ ਨੂੰ ਉਤਸ਼ਾਹ ਦੇ ਕੇ ਆਪ ਪਾਉਂਟਾ ਸਾਹਿਬ ਵਸਵਾ ਰਹੇ ਹਨ। ਆਖੋ ਵਾਹਿਗੁਰੂ। ਵਾਹਿਗੁਰੂ। ਨਗਰ ਬਣਵਾ ਰਹੇ। ਚੇਤਾ ਰੱਖਿਓ, ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਸਾਰੇ ਪਾਸਿਓਂ ਪੂਰਾ ਰੱਖਿਆ ਜੀ। ਇਹ ਨਹੀਂ ਵੀ ਇਕੱਲੇ ਹਥਿਆਰ ਹੀ ਚਲਾਉਣੇ ਆ। ਜਿਹੜੇ ਯੋਧੇ ਆ ਉਹ ਯੋਧੇ ਹੀ ਨੇ, ਨਹੀਂ, ਯੋਧੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਵੀ ਕਰਦੇ ਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਆਸਾ ਦੀ ਵਾਰ ਦਾ ਕੀਰਤਨ ਵੀ ਕਰਦੇ ਆ। ਤੇ ਇਕੱਲੇ ਕੀਰਤਨ ਹੀ ਨਹੀਂ ਕਰਦੇ, ਜੇ ਕਾਰ ਸੇਵਾ ਹੋ ਰਹੀ ਤੇ ਮਹਾਰਾਜ ਕਾਰ ਸੇਵਾ ਵੀ ਕਰਵਾ ਰਹੇ ਜੀ ਉਹਨਾਂ ਕੋਲੋਂ ਜੀ। ਹੁਣ ਤੇ ਇਹ ਹੈ ਵੀ ਜਿਹੜੇ ਰਾਗੀ ਸਿੰਘ ਨੇ, ਜੀਵਨ ਵਾਲੇ ਤੇ ਬੜੀ ਸੇਵਾ ਕਰਦੇ ਜੀ। ਤੇ ਜਿਹੜੇ ਡਿਊਟੀ ਵਾਲੇ ਆ ਨਾ ਜੀ, ਉਹ ਤੇ ਇੱਟ ਤੇ ਛੱਡੋ, ਇੱਟ ਚੁੱਕ ਕੇ ਕੀ ਕਿੱਥੇ ਰੱਖਣੀ, ਉਹ ਤੇ ਕੌਲੀ ਨਹੀਂ ਚੁੱਕਦੇ ਜੀ। ਫਿਰ ਜੀਵਨ ਨਹੀਂ ਬਣ ਪਾਉਂਦਾ ਜੀ। ਮਹਾਰਾਜ ਨੇ ਆਪਣੇ ਸਿੱਖਾਂ ਦਾ ਜੀਵਨ ਬਣਾਇਆ ਜੀ। ਉਹ ਕੀਰਤਨ ਵੀ ਕਰਦੇ ਆ, ਯੋਧੇ ਸ਼ਸਤਰ ਵੀ ਚਲਾਉਂਦੇ ਆ, ਤੇ ਯੋਧੇ ਕਾਰ ਸੇਵਾ ਵੀ ਕਰ ਰਹੇ ਆ ਜੀ। ਅਸੀਂ ਜਦੋਂ ਇਸ ਵਾਰ ਪਾਉਂਟਾ ਸਾਹਿਬ ਦਰਸ਼ਨ ਕਰਨ ਗਏ ਨਾ, ਤੇ ਭੰਗਾਣੀ ਸਾਹਿਬ ਜੰਗ ਹੋਇਆ ਜੀ। ਜਿਨ੍ਹਾਂ ਨੇ ਦਰਸ਼ਨ ਕੀਤਾ ਉਹਨਾਂ ਨੂੰ ਪਤਾ ਹੋਏਗਾ। ਪਾਉਂਟਾ ਸਾਹਿਬ ਅੱਗੇ ਉਸੇ ਇਲਾਕੇ 'ਚ ਗੁਰਦੁਆਰਾ ਭੰਗਾਣੀ ਸਾਹਿਬ ਆ, ਉੱਥੇ ਜੰਗ ਹੋਇਆ। ਉਸ ਜੰਗ ਨੂੰ ਕਹਿੰਦੇ ਹੀ ਭੰਗਾਣੀ ਦਾ ਯੁੱਧ ਹੈ। ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਭੰਗਾਣੀ ਦੇ ਯੁੱਧ ਦਾ ਸਤਿਗੁਰੂ ਜੀ ਨੇ ਬਾਖੂਬੀ ਵਰਣਨ ਕੀਤਾ ਜੀ। ਜਿਹਨੂੰ ਆਪਾਂ ਕਹਿੰਦੇ ਨਾ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਜੀਤ ਆਏ ਜਯੰ ਗੀਤ ਗਾਏ। ਉਹ ਭੰਗਾਣੀ ਦਾ ਯੁੱਧ ਹੈ ਜੀ। ਉੱਥੇ ਗੁਰਦੁਆਰਾ ਭੰਗਾਣੀ ਸਾਹਿਬ ਬੜਾ ਰਮਣੀਕ ਸਥਾਨ ਬਣਿਆ ਜੀ। ਤੇ ਪਾਉਂਟਾ ਸਾਹਿਬ ਦੇ ਕਥਾਵਾਚਕ ਗਿਆਨੀ ਨਿਸ਼ਾਨ ਸਿੰਘ ਜੀ, ਉਹ ਸਾਨੂੰ ਦੱਸਣ ਲੱਗੇ, ਕਹਿੰਦੇ ਆ ਥੋੜੇ ਟਾਈਮ ਤੋਂ ਬੰਦ ਹੋ ਗਿਆ, ਨਹੀਂ ਤੇ ਅੰਮ੍ਰਿਤ ਵੇਲੇ ਭੰਗਾਣੀ ਸਾਹਿਬ ਤੋਂ ਲੈ ਕੇ ਪਾਉਂਟਾ ਸਾਹਿਬ ਦਰਬਾਰ ਤੱਕ ਹਰ ਰੋਜ਼ ਸ਼ਹੀਦ ਸਿੰਘ ਨਗਰ ਕੀਰਤਨ ਕੱਢਦੇ ਹੁੰਦੇ ਸੀਗੇ ਜੀ। ਮੈਂ ਕਿਹਾ ਜੀ ਉਹ ਕਿਵੇਂ? ਉਹ ਕਿਵੇਂ ਨਗਰ ਕੀਰਤਨ ਕੱਢਦੇ ਸੀ? ਉਹ ਕਹਿੰਦੇ ਵੀ ਭੰਗਾਣੀ ਸਾਹਿਬ ਤੋਂ ਤੁਰ ਪੈਣਾ, ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਛੈਣਿਆਂ ਦੀਆਂ, ਢੋਲਕੀ ਦੀਆਂ ਆਵਾਜ਼ਾਂ ਆਉਣੀਆਂ। ਵਜਾ ਕੋਈ ਨਹੀਂ ਰਿਹਾ, ਪਰ ਛੈਣੇ ਵੱਜਣ ਦੀ ਆਵਾਜ਼ ਆ ਰਹੀ, ਖੜਤਾਲਾਂ ਵੱਜਣ ਦੀ ਆਵਾਜ਼ ਆ ਰਹੀ, ਢੋਲਕੀ ਵੱਜਣ ਦੀ ਆਵਾਜ਼ ਆ ਰਹੀ। ਔਰ ਉਹ ਭੰਗਾਣੀ ਸਾਹਿਬ ਤੋਂ ਚੱਲ ਕੇ, ਗੁਰਦੁਆਰਾ ਭੰਗਾਣੀ ਸਾਹਿਬ ਤੋਂ ਚੱਲ ਕੇ ਪਾਉਂਟਾ ਸਾਹਿਬ ਦਰਬਾਰ ਤੱਕ ਆਵਾਜ਼ ਪਹੁੰਚਦੀ ਹੁੰਦੀ ਸੀਗੀ। ਕਹਿੰਦੇ ਸਾਡੇ ਪੁਰਖਿਆਂ ਦਾ ਇਹ ਮੰਨਣਾ ਸੀਗਾ ਵੀ ਜਿਹੜੇ ਸਿੱਖ ਸ਼ਹੀਦ ਹੋਏ ਆ ਨਾ ਗੁਰੂ ਜੀ ਦੇ, ਉਹ ਰੋਜ਼ ਅੰਮ੍ਰਿਤ ਵੇਲੇ ਚੌਂਕੀ ਲੈ ਕੇ ਆਉਂਦੇ ਆ ਜੀ। ਗੁਰੂ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਜੀ। ਇਸ ਕਰਕੇ ਉਹ ਇਕੱਲੇ ਇਹ ਨਹੀਂ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਫੜ ਲਓ, ਹੁਣ ਤੁਸੀਂ ਬੰਦੂਕਾਂ ਫੜ ਲਈਆਂ, ਸ਼ਸਤਰ ਫੜ ਲਏ ਆ, ਤੇ ਕੀਰਤਨ ਨਹੀਂ ਕਰਨਾ,
ਤੇ ਜੇ ਕੀਰਤਨ ਕਰ ਲਿਆ ਤੇ ਇਹ ਨਹੀਂ ਹੈ ਵੀ ਤੁਸੀਂ ਹੁਣ ਇੱਟਾਂ ਨਹੀਂ ਚੁੱਕਣੀਆਂ, ਕਾਰ ਸੇਵਾ ਨਹੀਂ ਕਰਨੀ। ਨਹੀਂ, ਮਹਾਰਾਜ ਆਪਣੇ ਸਿੱਖਾਂ ਕੋ ਸਭ ਕੁਝ ਕਰਾ ਰਹੇ ਹਨ। ਨਰ ਹੋਏ ਹਜ਼ਾਰਹੁ ਆਨਤ ਹੈ। ਉਹਦੇ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਇਕੱਠੀਆਂ ਹੋ ਕੇ ਆਉਂਦੀਆਂ ਹਨ। ਕਰ ਤੂਰਨ ਤਾ ਗੜ ਠਾਨਤ ਹੈ। ਬੜੀ ਛੇਤੀ ਛੇਤੀ ਮਹਾਰਾਜ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਨਗਰ ਦੀ ਤਿਆਰੀ ਕਰਵਾ ਰਹੇ ਹਨ। ਸਭ ਬਾਸੁਰ ਦੇਗ ਵਿਸਾਲ ਚਲੇ। ਬੜਾ ਵੱਡਾ ਲੰਗਰ ਵੀ ਚੱਲਦਾ ਜੀ, ਕਿਉਂਕਿ ਜਿੱਥੇ ਕਾਰ ਸੇਵਾ ਉੱਥੇ ਲੰਗਰ ਤੇ ਚੱਲੇਗਾ ਹੀ ਜੀ। ਹਾਂਜੀ, ਮਨ ਭਾਵਤ ਭੋਜਨ ਪੂਰ ਮਿਲੇ। ਐ ਮਨ ਭਾਉਂਦਾ ਪ੍ਰਸ਼ਾਦਾ ਬਣਦਾ ਜੀ ਉੱਥੇ ਜੀ। ਰੱਜ ਰੱਜ ਕੇ ਗੁਰੂ ਕੇ ਸਿੱਖ ਲੰਗਰ ਛਕਦੇ ਹਨ। ਗੁਰ ਲੇਕਰ ਸੰਗ ਮਹੀਪਤ ਕੋ। ਗਰੀਬ ਨਵਾਜ ਆਪ ਸਤਿਗੁਰੂ ਜੀ ਮੇਦਨੀ ਪ੍ਰਕਾਸ਼ ਨੂੰ ਨਾਲ ਲੈ ਕੇ ਫਿਰ ਹੇਰਤ ਹੈ ਸਗਰੀ ਕ੍ਰਿਤ ਕੋ। ਆਪ ਇੰਸਪੈਕਸ਼ਨ ਕਰਦੇ ਆ ਜੀ, ਆਪ ਨਿਗਰਾਨੀ ਕਰਦੇ ਆ, ਸਾਰਾ ਨਗਰ ਵੇਖਦੇ ਹਨ। ਬਹੁ ਸ਼ੀਘਰ ਬਨਿਓ ਉਤਸਾਹਤ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਦੀ ਖੇਡ ਜੀ, ਗੁਰੂ ਸਾਹਿਬ ਦੀ। ਜਿਹੜਾ ਕੰਮ ਲੰਮਾ ਸਮਾਂ ਲੱਗ ਕੇ ਹੋਣਾ ਸੀ ਨਾ ਜੀ, ਉਹ ਸਾਧ ਸੰਗਤ ਜੀ ਕੁਝ ਸਮੇਂ ਵਿੱਚ ਹੋ ਗਿਆ ਜੀ, ਥੋੜੇ ਦਿਨਾਂ ਵਿੱਚ ਹੋ ਗਿਆ। ਗੜ ਕੋ ਦਿਦ ਠਾਨ ਉਮਾਹਤ ਹੈ। ਬੜਾ ਮਜ਼ਬੂਤ ਕਿਲਾ ਵੀ ਬਣਵਾਇਆ ਸੱਚੇ ਪਾਤਸ਼ਾਹ ਜੀ ਨੇ ਪਾਉਂਟਾ ਸਾਹਿਬ। ਦਿਨ ਦਵਾਦਸ਼ ਮੈਂ ਸਭ ਤਿਆਰ ਕਰਿਓ। ਕਮਾਲ ਦੀ ਗੱਲ ਹੈ ਜੀ। ਆਪਾਂ ਸਵੇਰੇ ਬੈਠੇ ਅੰਦਾਜ਼ਾ ਲਾਉਂਦੇ ਹਾਂ, ਆਖੋ ਵਾਹਿਗੁਰੂ। ਵਾਹਿਗੁਰੂ। ਵੀ ਕੋਈ ਸੇਵਾ ਆਰੰਭ ਕਰਨੀ ਹੋਵੇ ਤੇ 4-5 ਮਹੀਨੇ ਤੇ ਲੱਗ ਹੀ ਜਾਂਦੇ ਜੀ। ਹਾਂਜੀ, ਤੇ ਵਧੀਆ ਕੋਠੀ ਪਾਉਣੀ ਹੋਵੇ ਤੇ 2 ਸਾਲ ਲੱਗ ਜਾਂਦੇ ਜੀ। ਹਜ਼ਾਰਾਂ ਦੀ ਗਿਣਤੀ 'ਚ ਸੰਗਤ ਆਈ, ਹਜ਼ਾਰਾਂ ਦੀ। 12 ਦਿਨਾਂ ਵਿੱਚ ਸਾਰਾ ਕੁਝ ਗੁਰੂ ਜੀ ਨੇ ਤਿਆਰ ਕਰਵਾ ਲਿਆ ਜੀ। 12 ਦਿਨਾਂ ਵਿੱਚ ਜੀ, ਕਿਉਂਕਿ ਸੰਗਤ ਵੀ ਹਜ਼ਾਰਾਂ ਦੀ ਗਿਣਤੀ 'ਚ ਹੈ ਨਾ ਜੀ। ਉਹ ਆਪਾਂ ਤੇ ਮਜ਼ਦੂਰ ਲਾਵਾਂਗੇ ਤੇ ਉਹ ਮਜ਼ਦੂਰ ਹੌਲੀ ਹੌਲੀ ਲੱਗੇ ਰਹਿੰਦੇ ਆ। ਬਾਕੀ ਮਹਾਰਾਜ ਦੀ ਆਪਣੀ ਖੇਡ, ਸਤਿਗੁਰੂ ਜੀ ਦੀ ਆਪਣੀ ਕਲਾ ਵੀ 12 ਦਿਨਾਂ ਵਿੱਚ ਦਿਨ ਦੁਆਦਸ਼ ਮੇ ਸਭ ਤਿਆਰ ਕਰਿਓ। ਕਹਿੰਦੇ 12 ਦਿਨਾਂ ਵਿੱਚ ਸਭ ਕੁਝ ਤਿਆਰ ਕਰ ਲਿਆ। ਗਨ ਪਾਹਨ ਪੰਕ ਮਹਾਨ ਤਰਿਓ। ਬੜੇ ਪੱਥਰ ਲਾਏ ਗਏ, ਬੜਾ ਗਾਰਾ ਲਾਇਆ ਜੀ। ਹਾਂਜੀ, ਰਚ ਸੁੰਦਰ ਦਵਾਰ ਉਦਾਰ ਮਹਾ। ਫਿਰ ਬੜੇ ਸੋਹਣੇ ਦਰਵਾਜ਼ੇ ਲਾ ਦਿੱਤੇ ਜੀ, ਫਿੱਟ ਕਰ ਦਿੱਤੇ ਜੀ। ਦ੍ਰਿੜਤਾ ਬਹੁ ਠਾਨ ਜਹਾਂ ਸੋ ਕਹਾਂ। ਐਨ ਬੜੀ ਪਕਿਆਈ ਦੇ ਨਾਲ ਸਾਰਾ ਕੁਝ ਕੀਤਾ। ਬੜਾ ਵੱਡਾ ਕਿਲਾ ਸਤਿਗੁਰੂ ਜੀ ਨੇ 12 ਦਿਨਾਂ ਵਿੱਚ ਬਣਵਾਇਆ। 12 ਦਿਨਾਂ ਵਿੱਚ ਜੀ। ਹਾਂਜੀ, ਰਿਪ ਆਏ ਸਮੀਪ ਸਕੈ ਨ ਕਬੈ। ਰਹਿ ਅੰਤਰ ਮਾਰਤ ਬਾਹ ਸਬੈ। ਬੜੇ ਬੜੇ ਮੋਰਚੇ ਵਿੱਚ ਲਵਾਏ ਜੀ, ਕਿ ਜੇ ਕੋਈ ਵੈਰੀ ਹਮਲਾ ਵੀ ਕਰ ਦਵੇ ਤੇ ਪੂਰਾ ਪ੍ਰਬੰਧ ਹੋਵੇ। ਗੜ ਪੂਰਨ ਕੀਨ ਬਨਾਏ ਗਨੰ। ਹਾਂਜੀ, ਜਿਸ ਮੈਂ ਰਚਰੀਤ ਮਹਾਨ ਨਰਨੰ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੀ ਪੂਰਨ ਤੌਰ ਤੇ ਪੂਰਾ ਪੱਕਾ ਕਿਲਾ ਜਿਹੜਾ ਉਹ ਸਤਿਗੁਰੂ ਜੀ ਨੇ ਬਣਵਾ ਲਿਆ, ਜਿਹਦੇ ਵਿੱਚ ਹਜ਼ਾਰਾਂ ਲੋਕ ਰਹਿ ਸਕਦੇ ਸੀਗੇ ਜੀ। ਪਰ ਉਹ ਕਿਲਾ ਅੱਜ ਲੱਭਦਾ ਨਹੀਂ। ਆਖੋ ਵਾਹਿਗੁਰੂ। ਵਾਹਿਗੁਰੂ। ਪਤਾ ਨਹੀਂ ਸਾਡੇ ਬੰਦੇ ਕੀ ਕਰਦੇ ਆ, ਉਹ ਕਿਲਾ ਲੱਭਦਾ ਨਹੀਂ। ਬੜੀ ਵੱਡੀ ਉਦਾਹਰਣ ਸੀਗੀ ਵੀ 12 ਦਿਨਾਂ ਵਿੱਚ ਸਤਿਗੁਰਾਂ ਨੇ ਕਿਲਾ ਬਣਵਾ ਲਿਆ ਜੀ। ਅਸੀਂ ਪਿਛੇ ਜੇ ਬਠਿੰਡੇ ਗਏ ਤਾਂ ਉੱਥੇ ਕਿਲਾ ਵੇਖਿਆ ਜੀ, ਗੁਰਦੁਆਰਾ ਕਿਲਾ ਮੁਬਾਰਕ। ਚਲੋ ਗੁਰੂ ਤੇਗ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ, 9ਵੇਂ ਪਾਤਸ਼ਾਹ ਨੇ ਵੀ ਉਹਦੇ 'ਚ ਚਰਨ ਪਾਏ ਤੇ 10ਵੇਂ ਪਾਤਸ਼ਾਹ ਨੇ ਵੀ ਪਾਏ ਜੀ। ਤੇ ਮੈਂ ਉੱਥੇ ਪੜ੍ਹਿਆ ਸੀਗਾ ਜੀ ਸਾਧ ਸੰਗਤ ਜੀ, 90 ਈਸਵੀ ਦਾ ਉਹ ਕਿਲਾ ਬਣਿਆ ਜੀ। 90 ਈਸਵੀ ਦਾ ਜੀ। ਹਾਂਜੀ, 90 ਈਸਵੀ ਦਾ ਜੀ। ਵੀ 190 ਈਸਵੀ ਵੀ ਨਹੀਂ ਜੀ, ਸਿਰਫ 90 ਈਸਵੀ ਦਾ ਜੀ। ਲਗਭਗ 2000 ਸਾਲ ਹੋ ਗਏ ਜੀ। ਆਖੋ ਵਾਹਿਗੁਰੂ। ਭਾਰਤ ਦੇ ਸਭ ਤੋਂ ਪੁਰਾਣੇ ਕਿਲਿਆਂ ਵਿੱਚੋਂ ਉਹ ਕਿਲਾ ਹੈਗਾ ਜੀ, ਬਠਿੰਡੇ ਵਾਲਾ ਜੀ।
ਉਹਨੂੰ ਸਾਂਭਿਆ ਜੀ ਕਿਵੇਂ? ਬੜੇ ਬੜੇ ਸ਼ਾਸਕ ਉਹਦੇ ਉੱਤੇ ਬਦਲਦੇ ਰਹੇ। ਫਿਰ ਪਟਿਆਲੇ ਦੇ ਸ਼ਾਇਦ ਮਹਾਰਾਜੇ ਨੇ ਉਸ ਕਿਲੇ ਵਿੱਚ ਸਤਿਗੁਰਾਂ ਦਾ ਅਸਥਾਨ ਬਣਾਇਆ ਜੀ। ਕਦੋਂ ਦਾ ਬਣਿਆ? 2000 ਸਾਲ ਹੋ ਗਏ ਜੀ ਉਹਨੂੰ, ਲਗਭਗ ਉਸ ਕਿਲੇ ਨੂੰ ਬਣੇ ਜੀ। ਲਗਭਗ ਮੈਂ ਸ਼ਬਦ ਵਰਤ ਰਿਹਾ। ਹਾਂਜੀ, ਸਾਂਭਿਆ ਜੀ। ਸਾਡਾ ਨਹੀਂ ਕੁਛ ਲੱਭਦਾ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਪਤਾ ਨਹੀਂ ਕੀ ਗੱਲ ਹੈ। ਸਤਿਗੁਰਾਂ ਨੇ 12 ਦਿਨਾਂ ਵਿੱਚ ਉੱਥੇ ਕਿਲਾ ਬਣਵਾ ਲਿਆ ਜੀ। ਹਾਂਜੀ। ਗੁਰ ਪਾਸ ਮਹੀਪਤ ਜਾਤ ਭਇਓ, ਹਾਂਜੀ। ਪਿਕ ਕੋਟ ਵਿਸਾਲ ਆਨੰਦ ਹੀਓ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਮੇਦਨੀ ਪ੍ਰਕਾਸ਼ ਆਇਆ। ਜਦੋਂ ਉਹਨੇ ਕਿਲਾ ਵੇਖਿਆ ਤਾਂ ਹੈਰਾਨ ਹੋ ਗਿਆ ਜੀ। ਪਿਖ ਕੋਟ ਵਿਸਾਲ ਆਨੰਦ ਹੀਓ। ਐਡਾ ਵੱਡਾ ਕਿਲਾ ਵੇਖਿਆ, ਇੰਨੇ ਥੋੜੇ ਦਿਨਾਂ 'ਚ ਬਣ ਗਿਆ। ਉਹ ਤੇ ਆਨੰਦ ਵਿੱਚ ਹੋ ਗਿਆ ਜੀ। ਹਾਂਜੀ। ਅਰ ਬ੍ਰਿੰਦਨ ਕੀ ਨਹਿ ਚਿੰਤ ਰਹੀ, ਹਾਂਜੀ। ਗੁਰ ਪੂਰਨ ਕੀ ਕਰੁਣਾ ਸੁਲਹੀ। ਉਹਨੂੰ ਪਤਾ ਲੱਗਾ ਵੀ ਇਹ ਪੂਰੇ ਗੁਰੂ ਦੀ ਕਿਰਪਾ ਨਾਲ ਬਣਿਆ ਹੈ, ਇੰਨੀ ਛੇਤੀ ਬਣ ਨਹੀਂ ਸਕਦਾ ਜੀ। ਬਾਕੀ ਹੁਣ ਉਹਨੂੰ ਵੈਰੀਆਂ ਦੀ ਚਿੰਤਾ ਨਹੀਂ ਰਹੀ ਵੀ ਜੇ ਕੋਈ ਮੇਰੇ ਤੇ ਹਮਲਾ ਕਰੇਗਾ ਵੀ ਤੇ ਮਹਾਰਾਜ ਨੇ ਰੋਕ ਲੈਣਾ। ਹਾਂਜੀ। ਪਦ ਪੰਕਜ ਬੰਦਤ ਬੈਠ ਗਇਓ। ਸਤਿਗੁਰੂ ਜੀ ਨੂੰ ਮੱਥਾ ਟੇਕਿਆ ਜੀ ਰਾਜੇ ਨੇ ਤੇ ਮਹਾਰਾਜ ਦੇ ਚਰਨਾਂ ਵਿੱਚ ਬੈਠ ਗਿਆ। ਮਨ ਕੀ ਤਿਹ ਜਾਨ ਬਖਾਨ ਕੀਓ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਰਾਜਾ ਮੇਦਨੀ ਪ੍ਰਕਾਸ਼ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਿਆ ਤੇ ਜੋ ਰਾਜੇ ਦੇ ਮਨ ਵਿੱਚ ਸੀ ਨਾ, ਅੰਤਰਜਾਮੀ ਸਤਿਗੁਰੂ ਜੀ ਰਾਜੇ ਦੇ ਮਨ ਦੀ ਗੱਲ ਜਾਣ ਕੇ ਬਚਨ ਕਰਨ ਲੱਗੇ। ਸੁਨ ਭੂਪਤ ਤਰਾਸ ਨ ਤਾਵਤ ਹੈ, ਇਸ ਥਾਨ ਬਿਖੈ ਹਮ ਜਾਵਦ ਹੈ। ਮਹਾਰਾਜ ਕਹਿਣ ਲੱਗੇ, ਮੇਦਨੀ ਪ੍ਰਕਾਸ਼, ਜਿੰਨਾ ਚਿਰ ਤੱਕ ਅਸੀਂ ਬੈਠੇ ਆ ਨਾ, ਹੁਣ ਡਰੀ ਨਾ। ਕਹਿਣ ਲੱਗੇ ਡਰੀ ਨਾ। ਹਾਂਜੀ। ਅਸ ਕੋ ਬਲਵਾਨ ਸੋ ਆਏ ਸਕੈ, ਕਹਿ ਪੌਹਨ ਬੰਕ ਸੋ ਤੋਹਿ ਤਕੈ। ਆਸ ਕੋ ਬਲਵਾਨ ਜੋ ਆਹੇ ਸਕੈ। ਮਹਾਰਾਜ ਕਹਿਣ ਲੱਗੇ, ਇਹੋ ਜਿਹਾ ਕਿਹੜਾ ਯੋਧਾ ਜੰਮ ਧਰਿਆ ਜਿਹੜਾ ਸਾਡੇ ਸਾਹਮਣੇ ਆ ਜਾਏਗਾ? ਕੋਈ ਨਹੀਂ ਹੈਗਾ ਜਿਹੜਾ ਇੱਥੇ ਆ ਕੇ ਟੇਢੀਆਂ ਭਵਾਂ ਕਰਕੇ ਤੈਨੂੰ ਵੇਖੇ, ਭਾਵ ਤੇਰੇ ਵੱਲ ਮਾੜਾ ਵੇਖੇ। ਇਹੋ ਜਿਹਾ ਕੋਈ ਨਹੀਂ ਹੈਗਾ। ਕਹਿਣ ਲੱਗੇ। ਹਾਂਜੀ। ਪਗ ਪਾਵਨ ਦਿਓ ਨਹੀਂ ਤਿਹ ਕੋ, ਹਾਂਜੀ। ਚੱਡ ਆਏ ਲਿਓ ਚੱਡ ਆਏ ਲਖੋ ਅੰਮ੍ਰਿਤ ਹੈ ਤਿਹ ਕੋ। ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਜਿਹੜਾ ਆਵੇਗਾ ਉਹਨੂੰ ਮਾਰ ਦਿਆਂਗੇ। ਆਖੋ ਵਾਹਿਗੁਰੂ ਵਾਹਿਗੁਰੂ। ਅੱਛਾ ਵੇਖ ਲਓ, ਮਹਾਰਾਜ ਇਹਦੀ ਬੇਨਤੀ ਮੰਨ ਕੇ ਆਏ ਜੀ ਸੱਚੇ ਪਾਤਸ਼ਾਹ। ਇਹਦੇ ਵਾਸਤੇ ਆਏ, ਇਹਦੀ ਰਾਖੀ ਲਈ ਬੈਠੇ। ਪਰ ਇਹ ਐਡਾ ਵੱਡਾ ਮੂਰਖ ਨਿਕਲਣਾ, ਇਹਨੇ ਫਿਰ ਉਹਨਾਂ ਨਾਲ ਰਲ ਜਾਣਾ ਜੀ ਜਾ ਕੇ ਜੀ, ਮੇਦਨੀ ਪ੍ਰਕਾਸ਼ ਨੇ ਜੀ। ਤੇ ਮਹਾਰਾਜ ਨੂੰ ਕਹਿਣਾ ਪੈਣਾ ਵੀ ਗਧਾ ਹੈਗਾ। ਮਹਾਰਾਜ ਬਾਰ-ਬਾਰ ਕਹਿ ਰਹੇ। ਮਹਾਰਾਜ ਕਹਿੰਦੇ, ਮੇਦਨੀ ਪ੍ਰਕਾਸ਼ ਡਰੀ ਨਾ ਹੋਣਾ, ਅਸੀਂ ਆ ਗਏ ਆ, ਬੈਠ ਗਏ ਆ, ਕਿਸੇ 'ਚ ਜ਼ਰੂਰਤ ਨਹੀਂ ਹੈਗੀ ਤੈਨੂੰ ਟੇਢਾ ਵੇਖ ਜਾਵੇ। ਹਾਂਜੀ। ਨਿਸ਼ਚਿੰਤ ਸਦਾ ਨਿਜ ਰਾਜ ਕਰੋ। ਐ ਨਿਸ਼ਚਿੰਤ ਹੋ ਕੇ ਰਾਜ ਕਰੀ, ਘਬਰਾਵੀਂ ਨਾ ਹੋਣਾ। ਗੁਰ ਧਾਮ ਬਿਖੈ ਨਿਜ ਭਾਉ ਤਰੋ। ਤੇ ਗੁਰ ਧਾਮ ਵਿਖੈ ਨਿਤ, ਗੁਰੂ ਘਰ ਵਿੱਚ ਰੋਜ਼ ਭਾਵਨਾ ਰੱਖੀ। ਭਰੋਸਾ ਨਾ ਡੁਲਾਈ ਰਾਜੇ, ਸ਼ਰਧਾ ਨਾ ਡੁਲਾਈ ਆਪਣੀ। ਹਾਂਜੀ। ਜੁਗ ਲੋਕ ਸਹਾਇਕ ਹੋ ਵਹਿੰਗੇ। ਵਾਹ ਵਾਹ ਵਾਹ। ਆਖੋ ਵਾਹਿਗੁਰੂ ਵਾਹਿਗੁਰੂ। ਵੇਖੋ ਸਤਿਗੁਰੂ ਜੀ ਨੇ ਤੇ ਇਹ ਵੀ ਬਚਨ ਕਰਤਾ ਵੀ ਦੋਵਾਂ ਲੋਕਾਂ 'ਚ ਤੇਰੀ ਰਾਖੀ ਕਰਾਂਗੇ। ਦੋਵਾਂ ਲੋਕਾਂ ਵਿੱਚ ਤੇਰੀ ਰਾਖੀ ਕਰਾਂਗੇ। ਤੈਨੂੰ ਡਰਨ ਦੀ ਲੋੜ ਨਹੀਂ ਹੈਗੀ, ਤੈਨੂੰ ਘਬਰਾਉਣ ਦੀ ਲੋੜ ਨਹੀਂ। ਵੇਖੋ ਆਮ ਬੰਦਾ ਥੋੜੀ ਕਹਿ ਰਿਹਾ ਜੀ, ਕੋਈ ਖੁਦ ਸਤਿਗੁਰੂ ਕਹਿ ਰਹੇ ਆ, ਮਾਲਕ ਨੇ ਮਹਾਰਾਜ। ਹਾਂਜੀ। ਬਿਗਨਨ ਗਨ ਪਾਪਹਿ ਖੋ ਵਹਿੰਗੇ। ਫਿਰ ਮਹਾਰਾਜ ਕਹਿਣ ਲੱਗੇ, ਤੇਰੇ ਬਿਗਨ ਵੀ ਨਾਸ਼ ਕਰਾਂਗੇ ਤੇ ਜਿਹੜੇ ਤੇਰੇ ਪਾਪ ਤੇਰੇ ਕੋਲ ਹੋ ਗਏ ਆ ਤੇ ਜਿਹੜੇ ਅਗਲੀ ਜ਼ਿੰਦਗੀ 'ਚ ਤੇਰੇ ਕੋਲੋਂ ਹੋਣੇ ਆ,
ਸਤਿਗੁਰੂ ਕਹਿੰਦੇ ਮੇਦਨੀ ਪ੍ਰਕਾਸ਼ ਸਾਰੇ ਮਾਫ ਕਰ ਦਿਆਂਗੇ। ਦੱਸੋ ਇਹਦੇ ਤੋਂ ਵੱਧ ਕੀ ਬਖਸ਼ਿਸ਼ ਹੋਏਗੀ ਜੀ। ਹਾਂਜੀ, ਜਿਹੜੇ ਪਾਪ ਤੂੰ ਕਰ ਬੈਠਾ ਤੇ ਜਿਹੜੇ ਅਜੇ ਆਉਂਦੇ ਸਮੇਂ 'ਚ ਹੋਣੇ ਐ ਸਾਰੇ ਤੇਰੇ ਮਾਫ ਕਰਤੇ, ਪਰ ਹੁਣ ਡੋਲੀ ਨਾ। ਸਾਧ ਸੰਗਤ ਹੀ ਇਹ ਬੰਦਾ ਹੈ, ਪੰਜ ਤੱਤਾਂ ਦਾ ਪੁਤਲਾ ਹੈ, ਇਹ ਮਿੱਟੀ ਦੀ ਢੇਰੀ ਹੈ। ਇਹਦੇ ਵਿੱਚ ਜਿਹੜੀ ਜਿੰਦ ਵਸਦੀ ਹੈ ਨਾ, ਇਹਨੂੰ ਮਾਇਆ ਬੜਾ ਡਲਾਉਂਦੀ ਜੇ। ਜਿਹਨੂੰ ਮਹਾਰਾਜ ਆਪ ਕਹਿ ਰਹੇ ਹੋਣ ਵੀ ਹੁਣ ਡੋਲਣੀ ਨਾ, ਇਹਦਾ ਮਤਲਬ ਇਹ ਹੈ ਵੀ ਪਤਾ ਵੀ ਇਹ ਡੋਲ ਸਕਦਾ ਹੈ। ਆਖੋ ਵਾਹਿਗੁਰੂ। ਚਲੋ ਮੇਦਨੀ ਪ੍ਰਕਾਸ਼ ਤੇ ਅੱਗੇ ਡੋਲੇਗਾ, ਸਾਨੂੰ ਆਪਣੇ ਮਨ ਦਾ ਕੋਈ ਪਤਾ ਨਹੀਂ ਵੀ ਬੰਦੇ ਨੇ ਕਿੱਥੇ ਡੋਲ ਜਾਣਾ ਹੈ। ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰੋ, ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਉਹਨੂੰ ਕਹੋ ਵੀ ਸੰਕਟ ਆਏ ਦੀ। ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਡੋਲਣ ਤੋਂ ਬਚਾ ਲਿਓ। ਮਹਾਰਾਜ ਬਾਰ-ਬਾਰ ਕਹਿ ਰਹੇ ਮੇਦਨੀ ਪ੍ਰਕਾਸ਼ ਹੁਣ ਘਬਰਾਈ ਨਾ, ਹੁਣ ਤੇਰੇ ਵਾਸਤੇ ਬੈਠੇ ਆ ਇੱਥੇ। ਹਾਂਜੀ, ਕਰ ਜੋਰ ਬਿਨੈ ਮਹਿਪਾਲ ਕਰੈ। ਤੇ ਮੇਦਨੀ ਪ੍ਰਕਾਸ਼ ਵੀ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਅੱਗੋਂ। ਹਾਂਜੀ, ਮਨ ਮੋਰ ਭਰੋਸ ਇਹੀ ਸੁਤਰੈ। ਮਹਾਰਾਜ ਮੈਨੂੰ ਤੇ ਆਪ ਜੀ ਦਾ ਹੀ ਭਰੋਸਾ ਹੈ। ਅਸਲ ਵਿੱਚ ਮੇਦਨੀ ਪ੍ਰਕਾਸ਼ ਕੀ ਹੈ? ਮੇਦਨੀ ਪ੍ਰਕਾਸ਼ ਇੱਕ ਬੜੀ ਵੱਡੀ ਸਿੱਖਿਆ ਸਾਨੂੰ ਸਾਰਿਆਂ ਨੂੰ ਵੀ ਸਤਿਗੁਰੂ ਅੱਗੇ ਅਰਦਾਸ ਕਰਦੇ ਰਿਹਾ ਕਰੋ, ਮਹਾਰਾਜ ਅਸੀਂ ਡੋਲ ਨਾ ਜਾਈਏ ਜੀ। ਜਿਹਦੇ ਸਾਹਮਣੇ ਪ੍ਰਤੱਖ ਗੁਰੂ ਗੋਬਿੰਦ ਸਿੰਘ ਬੈਠੇ ਹੈ, ਬਾਰ-ਬਾਰ ਕਹਿ ਰਹੇ ਵੀ ਡੋਲੀ ਨਾ। ਹਾਂਜੀ, ਮਨ ਕਾਮਨ ਪੂਰਨ ਮੋਹਿ ਕਰੀ। ਕਹਿੰਦਾ ਨਹੀਂ ਮਹਾਰਾਜ ਮੈਂ ਨਹੀਂ ਡੋਲਦਾ। ਮਹਾਰਾਜ ਮੇਰੇ ਮਨ ਦੀ ਕਾਮਨਾ ਤੁਸੀਂ ਪੂਰੀ ਕਰਤੀ ਹੈ। ਹਾਂਜੀ, ਹੱਦ ਪੈਰਾ ਚ ਕੋਟ ਸੋ ਚਿੰਤ ਹਰੀ। ਤੇ ਮਹਾਰਾਜ ਮੇਰੀ ਹੱਦ ਉੱਤੇ ਤੁਸੀਂ ਉੱਤੋਂ ਕਿਲਾ ਬਣਾ ਲਿਆ, ਹੁਣ ਤੇ ਮੈਨੂੰ ਬਿਲਕੁਲ ਡਰਨ ਦੀ ਲੋੜ ਨਹੀਂ। ਹਾਂਜੀ, ਨਿਤ ਰਾਵਰ ਕੇਰ ਪ੍ਰਤਾਪ ਮਹਾ। ਉੱਤੋਂ ਮਹਾਰਾਜ ਆਪ ਜੀ ਦਾ ਪ੍ਰਤਾਪ ਬਹੁਤ ਵੱਡਾ। ਹਾਂਜੀ, ਸੁਨਯੰਤ ਪ੍ਰਥੀ ਤਲ ਜਾਹਿ ਤਹਾਂ। ਮਹਾਰਾਜ ਨਾਲ ਦਾ ਰਾਜਾ ਸੁਣ ਕੇ ਜਾਵੇਗਾ ਕਿੱਥੇ। ਹਾਂਜੀ, ਇਮ ਧੀਰਜ ਦੀਨ ਮਹੀਸ਼ਰ ਕੋ, ਲਖ ਲੀਨ ਗੁਰੂ ਤਨ ਈਸ਼ਰ ਕੋ। ਮਹਾਰਾਜ ਨੇ ਰਾਜੇ ਨੂੰ ਭਰੋਸਾ ਦਿੱਤਾ ਜੀ। ਰਾਜੇ ਨੂੰ ਵੀ ਭਰੋਸਾ ਹੋਇਆ ਵੀ ਠੀਕ ਹੈ ਮਹਾਰਾਜ ਆ ਗਏ, ਮੈਨੂੰ ਡਰਨ ਦੀ ਲੋੜ ਨਹੀਂ। ਪਰ ਚੇਤਾ ਰੱਖਿਓ ਇੱਕ ਗੱਲ ਹੈਗੀ ਹੈ, ਅਜੇ ਤੱਕ ਰਾਜੇ ਨੇ ਸਤਿਗੁਰੂ ਜੀ ਨੂੰ ਇਹ ਨਹੀਂ ਕਿਹਾ ਵੀ ਮਹਾਰਾਜ ਮੇਰੇ ਤੇ ਕਿਰਪਾ ਕਰਿਓ, ਮੇਰਾ ਭਰੋਸਾ ਕਾਇਮ ਰਵੇ ਜੀ। ਇਹ ਜ਼ਰੂਰ ਕਹਿਣਾ ਜੀ। ਸੰਗਤ ਜੀ, ਸਾਡਾ ਭਰੋਸਾ ਗੁਰੂ ਸਾਹਿਬ ਉੱਤੇ ਬਣਿਆ ਰਵੇ, ਇਹਦੇ ਵਾਸਤੇ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਕੀ ਅਰਦਾਸ ਕਰਨੀ ਹੈ? ਮਹਾਰਾਜ ਕਿਰਪਾ ਕਰਿਓ, ਮਾਇਆ ਡੋਲੇ ਬਹੁ ਵਿਧੀ। ਮਾਇਆ ਜ਼ਰੂਰੀ ਨੋਟ ਨਹੀਂ ਹੁੰਦੇ, ਕਦੀ ਕੋਈ ਭੁਲੇਖਾ ਆ ਗਿਆ ਬੰਦਾ ਡੋਲ ਜਾਂਦਾ ਜੀ। ਤੁਸੀਂ ਕਿਰਪਾ ਕਰਿਓ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਬਸ ਜਦੋਂ ਪੂਰੇ ਸਤਿਗੁਰੂ ਦਾ ਹੱਥ ਆ ਗਿਆ ਨਾ ਜੀ, ਫਿਰ ਨਹੀਂ ਘਬਰਾਉਣ ਦੀ ਲੋੜ। ਪਰ ਜਿੰਨਾ ਚਿਰ ਤੱਕ ਪੂਰੇ ਗੁਰੂ ਦਾ ਹੱਥ ਨਹੀਂ ਹੈ, ਉਹਨਾਂ ਚਿਰ ਤੱਕ ਬੰਦਾ ਡਰਦਾ ਰਵੇ ਜੀ। ਉਹਨੇ ਇਹ ਤੇ ਕਿਹਾ ਵੀ ਮਹਾਰਾਜ ਮੈਨੂੰ ਤੁਹਾਡੇ ਤੇ ਭਰੋਸਾ ਹੈ, ਪਰ ਇਹਨੂੰ ਭਰੋਸਾ ਹੈ ਨਾ। ਉਹਨੇ ਮਹਾਰਾਜ ਨੂੰ ਜੇ ਅਰਦਾਸ ਕਰਦਾ ਮਹਾਰਾਜ ਕਿਰਪਾ ਕਰਿਓ ਡੋਲਾਂ ਨਾ, ਤੇ ਫਿਰ ਕਿਰਪਾ ਹੋਰ ਹੋ ਜਾਣੀ ਸੀਗੀ ਜੀ। ਹਾਂਜੀ,
ਕਰ ਜੋਰਤ ਸੇਵਤ ਭਾਉ ਤਰੇ। ਸੋ ਉਦੋਂ ਤੇ ਮੇਦਨੀ ਪ੍ਰਕਾਸ਼ ਨੇ ਬੜੇ ਪ੍ਰੇਮ ਨਾਲ ਹੱਥ ਜੋੜ ਜੋੜ ਕੇ ਸਤਿਗੁਰੂ ਜੀ ਦੀ ਸੇਵਾ ਕੀਤੀ। ਬਹੁ ਬਾਰਨ ਬਾਕ ਬਿਲਾਸ ਕਰੇ। ਬੜੇ ਬਚਨ ਬਲਾਸ ਵੀ ਕਰਦਾ ਹੁੰਦਾ ਸੀ ਸੱਚੇ ਪਾਤਸ਼ਾਹ ਜੀ ਦੇ ਨਾਲ। ਗੁਰ ਸੰਗ ਅਖੇਰ ਭਿਆਨਤ ਹੈ। ਗਰੀਬ ਨਵਾਜ ਸ਼ਿਕਾਰ ਖੇਡਣ ਜਾਂਦੇ ਆ। ਹਾਂਜੀ, ਜਿਤ ਕਾਨਨ ਦੀਹ ਬਖਾਨਤ ਹੈ। ਜਿੱਧਰ ਇਹ ਦੱਸਦਾ ਵੀ ਮਹਾਰਾਜ ਇੱਧਰ ਵੱਡਾ ਜੰਗਲ ਹੈ, ਮਹਾਰਾਜ ਦੇ ਨਾਲ ਜਾਂਦੇ ਸੱਚੇ ਪਾਤਸ਼ਾਹ। ਹਾਂਜੀ, ਮ੍ਰਿਗ ਕੇਹਰ ਆਏ ਸੰਘਾਰਤ ਹੈ। ਬੜੇ ਬੜੇ ਹਿਰਨਾਂ ਨੂੰ ਤੇ ਮਹਾਰਾਜ ਨੇ ਇਕੱਲੇ ਹਿਰਨਾਂ ਦਾ ਸ਼ਿਕਾਰ ਨਹੀਂ ਕੀਤਾ। ਫਿਰ ਸਤਿਗੁਰਾਂ ਨੇ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਮ੍ਰਿਗ ਕੇਹਰ, ਕੇਹਰ ਨਾਮ ਸ਼ੇਰ ਦਾ ਸਾਧ ਸੰਗਤ ਜੀ, ਸ਼ੇਰਾਂ ਦਾ ਵੀ ਮਹਾਰਾਜ ਨੇ ਉਧਾਰ ਕੀਤਾ ਜੀ। ਹਾਂਜੀ, ਤੁਪਕਾਨ ਕੈ ਬਾਨ ਪ੍ਰਹਾਰਤ ਹੈ। ਕਈਆਂ ਨੂੰ ਤੇ ਬੰਦੂਕ ਨਾਲ ਮਾਰਿਆ ਤੇ ਕਈਆਂ ਨੂੰ ਸਤਿਗੁਰਾਂ ਨੇ ਤੀਰ ਨਾਲ ਮਾਰਿਆ ਜੀ। ਹਾਂਜੀ, ਬਹੁ ਬਾਜ ਸਿਚਾਨਨ ਸ਼ਵਾਨਨ ਕੋ। ਇਮ ਛੋਰਤ ਗਾਹਤ ਕਾਨਨ ਕੋ। ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣਾ ਬਾਜ ਜੰਗਲ ਵਿੱਚ ਛੱਡ ਦਿੰਦੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਸੋ ਹੋਰ ਵੀ ਨਾਲ ਜਾਨਵਰ ਲੈ ਕੇ ਜਾਂਦੇ ਹਨ। ਕਲਗੀਧਰ ਕੋ ਹਰ ਖਾਵਤ ਹੈ। ਬਨ ਕੀ ਬਹੁ ਘਾਤ ਬਤਾਵਤ ਹੈ। ਤੇ ਮੇਦਨੀ ਪ੍ਰਕਾਸ਼ ਵੀ ਕਲਗੀਧਰ ਜੀ ਦੇ ਨਾਲ ਹੈ। ਐਨ ਜੰਗਲ ਦੇ ਵਿੱਚ ਨਾਲ ਨਾਲ ਤੁਰਿਆ ਫਿਰਦਾ, ਦੱਸਦਾ ਮਹਾਰਾਜ ਨੂੰ। ਹਾਂਜੀ, ਥਿਰ ਤਾਪੁਨ ਆਏ ਨਿਵੇਸ਼ ਕਰੈ। ਮਿਲ ਬੈਠਤ ਹੈ ਉਰ ਭਾਉ ਤਰੈ। ਸੋ ਜਦੋਂ ਸਮਾਂ ਲੱਗਦਾ ਮਹਾਰਾਜ ਸ਼ਿਕਾਰ ਖੇਡਦੇ, ਜੰਗਲ ਵਿੱਚ ਜਾਂਦੇ, ਫਿਰ ਆਪਣੇ ਅਸਥਾਨ ਜਿੱਥੇ ਪਾਉਂਟਾ ਸਾਹਿਬ ਵਸਾਇਆ ਹੈ, ਮਹਾਰਾਜ ਉੱਥੇ ਆ ਜਾਂਦੇ ਹਨ। ਨਰ ਕੋ ਨਿਜ ਦੇਸ਼ ਪਠਾਵਤ ਹੈ। ਤੇ ਰਾਜੇ ਨੂੰ ਫਿਰ ਕਹਿੰਦੇ ਵੀ ਤੂੰ ਆਪਣੀ ਮਹਿਲਾਂ ਵਿੱਚ ਚਲੇ ਜਾ। ਹਾਂਜੀ, ਵਸਤੂ ਗੁਰ ਹੇਤ ਅਨਾਵਤ ਹੈ। ਰਾਜਾ ਵੀ ਆਪਣੇ ਮਹਿਲਾਂ 'ਚ ਚਲੇ ਜਾਂਦਾ, ਪਰ ਲੰਗਰ ਪਾਣੀ ਦੀਆਂ ਵਸਤੂਆਂ ਭੇਜਦਾ ਰਹਿੰਦਾ ਜੀ। ਦਿਨ ਕੇਤਿਕ ਭੂਪ ਸਮੀਪ ਰਹਿਓ। ਪੁਰ ਨਾਹਨ ਕੋ ਪੁਨ ਜਾਨ ਚਾਹਿਓ। ਆਖੋ ਵਾਹਿਗੁਰੂ। ਵਾਹਿਗੁਰੂ। ਕਈ ਦਿਨ ਤਾਂ ਰਾਜਾ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਰਿਹਾ ਜੀ, ਪਰ ਫਿਰ ਮਹਾਰਾਜ ਨੇ ਕਿਹਾ ਵੀ ਹੁਣ ਤੂੰ ਨਾਹਨ ਚਲੇ ਜਾ। ਪਾਉਂਟਾ ਸਾਹਿਬ ਤੋਂ ਨਾਹਨ ਦਾ ਸਫ਼ਰ ਹੈਗਾ ਜੀ ਕਾਫੀ। ਮਹਾਰਾਜ ਕਹਿੰਦੇ ਹੁਣ ਤੂੰ ਨਾਹਨ ਚਲੇ ਜਾ, ਕੋਈ ਗੱਲ ਨਹੀਂ। ਹਾਂਜੀ, ਔਰ ਕੀ ਗੁਰ ਜਾਨ ਬਿਦਾਸੋ ਕਰਿਓ। ਪਗ ਪੰਕਜ ਪੈ ਨਿਰਪ ਹਾਥ ਤਰਿਓ। ਉਹ ਵੀ ਰਾਜਾ ਜਾਣਾ ਚਾਹੁੰਦਾ ਸੀ। ਆਖੋ ਵਾਹਿਗੁਰੂ। ਵਾਹਿਗੁਰੂ। ਵੀ ਰਾਜੇ ਨੇ ਫੁਰਨਾ ਬਣਾਇਆ ਵੀ ਮੈਂ ਨਾਹਨ ਵੀ ਜਾਵਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਅੰਦਰ ਦੀ ਗੱਲ ਜਾਣ ਗਏ। ਮਹਾਰਾਜ ਕਹਿੰਦੇ ਜਾ ਹੁਣ ਤੂੰ ਨਾਹਨ ਚਲੇ ਜਾ। ਹਾਂਜੀ, ਨਿਤ ਬਾਸ ਸਮੀਪ ਹੈ ਆਪਨ ਕੋ। ਹਾਂਜੀ, ਵਿਸ਼ਵਾਸ ਬਡੋ ਰਿਪ ਖਾਪਨ ਕੋ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਿਰ ਨਿਤ ਪਾਉਂਟਾ ਸਾਹਿਬ ਰਹਿਣ ਲੱਗ ਪਏ ਜੀ। ਪਾਉਂਟਾ ਸਾਹਿਬ ਦੀ ਧਰਤੀ ਤੇ ਰਹਿਣਾ, ਤੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਰਹਿ ਕੇ ਕਿਵੇਂ ਅੱਗੋਂ ਉਧਾਰ ਕਰਨਾ, ਕਿਵੇਂ ਚੋਜ ਕਰਨੇ ਆ, ਸਾਧ ਸੰਗਤ ਜੀ ਉਹ ਪ੍ਰਸੰਗ ਅਸੀਂ ਆਉਂਦੇ ਦਿਨਾਂ ਵਿੱਚ ਸਰਵਣ ਕਰਾਂਗੇ ਜੀ। ਦੇਸ਼ ਚਾਲ ਹਮ ਤੇ ਸੁਧ ਲਈ, ਮਹਾਰਾਜ ਸੱਚੇ ਪਾਤਸ਼ਾਹ ਦੇਸ਼ ਚਾਲ ਜਬ ਤੇ ਹਮ ਭਈ। ਜਦੋਂ ਦਾ ਅਸੀਂ ਦੇਸ਼ ਵਿੱਚ ਵਿਚਰਨ ਲੱਗੇ, ਸ਼ਹਿਰ ਪਾਵਟੇ ਕੀ ਸੁਧ ਲਈ। ਮਹਾਰਾਜ ਕਹਿੰਦੇ ਫਿਰ ਅਸੀਂ ਪਾਉਂਟੇ ਸ਼ਹਿਰ ਦੀ ਸੁਧ ਲਈ ਜਾ ਕੇ। ਆਪ ਵਸਾਇਆ ਸੱਚੇ ਪਾਤਸ਼ਾਹ ਜੀ ਨੇ। ਪਾਉਂਟਾ ਸਾਹਿਬ 'ਚ ਬੜੇ ਕਾਰਜ ਕਰਨੇ। ਪਾਉਂਟਾ ਸਾਹਿਬ ਉਹ ਅਸਥਾਨ ਹੈ ਜਿੱਥੇ ਮਹਾਰਾਜ ਨੇ ਬੇਅੰਤ ਬਾਣੀ ਵੀ ਰਚੀ ਜੀ। ਅਕਾਲ ਉਸਤਤ ਬਾਣੀ ਸਤਿਗੁਰੂ ਜੀ ਪਾਉਂਟਾ ਸਾਹਿਬ ਲਿਖਦੇ ਆ। ਮਹਾਰਾਜ ਬੈਠੇ, ਗੁਰੂ ਕੇ ਲਿਖਾਰੀ ਬੈਠੇ, ਐਨ ਇੱਕ ਮਿਕ ਹੋਏ ਪ੍ਰਮਾਤਮਾ ਦੇ ਨਾਲ। ਸਤਿਗੁਰੂ ਬਾਣੀ ਲਿਖਾ ਰਹੇ, ਜਲਸ ਤੁਹੀਂ ਥਲਸ ਤੁਹੀਂ। ਹੇ ਵਾਹਿਗੁਰੂ, ਜਲ ਵਿੱਚ ਵੀ ਤੂੰ ਹੈ। ਹੇ ਵਾਹਿਗੁਰੂ, ਥਲਾਂ ਵਿੱਚ ਵੀ ਤੂੰ ਹੈ। ਲਿਖਾ ਰਹੇ ਬਾਣੀ ਤੇ ਸੁਰਤ ਜੁੜੀ, ਤੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਸਿੱਖ ਲਿਖਦਾ ਗਿਆ। ਮਹਾਰਾਜ ਆਪਣੇ ਆਪੇ ਨਾਲ ਜੁੜੇ, ਆਨੰਦ 'ਚ ਜੁੜੇ। ਤੂੰ ਹੀ
ਤੂੰ ਹੀ ਤੂੰ ਹੀ ਤੂੰ ਹੀ। ਸਿੱਖ ਲਿਖਦਾ ਗਿਆ। ਵੇਖਿਆ ਤੇ ਸਾਧ ਸੰਗਤ ਜੀ 16,000 ਵਾਰ ਮਹਾਰਾਜ ਤੂੰ ਹੀ ਬੋਲਦੇ ਰਹੇ ਪ੍ਰੇਮ ਨਾਲ ਜੀ। ਇਹ ਲਗਭਗ ਕਈ ਘੰਟੇ ਮਹਾਰਾਜ ਬੈਠੇ ਰਹੇ, ਕਈ ਘੰਟੇ ਜੀ। ਤੁਸੀਂ ਕਾਊਂਟਰ ਰੱਖ ਲਓ ਵੀ 16,000 ਵਾਰ ਪਿਆਰ ਨਾਲ ਵਾਹਿਗੁਰੂ 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 ਬੋਲਣਾ ਤੇ ਕਿੰਨਾ ਟਾਈਮ ਲੱਗ ਜਾਂਦਾ ਜੀ? ਟਾਈਮ ਤੇ ਲੱਗਣਾ ਹੀ ਹੈ। ਮਹਾਰਾਜ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉਚਾਰੀ ਗਏ। ਨੇਤਰ ਖੋਲੇ ਤੇ ਗੁਰੂ ਕਾ ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਵੀ ਇੰਨਾ ਵਾਰੀ ਲਿਖਣਾ ਸਾਰਾ ਮਹਾਰਾਜ ਗ੍ਰੰਥ ਵਿੱਚ। ਮਹਾਰਾਜ 16,000 ਵਾਰ ਹੋ ਗਿਆ। ਤੁਸੀਂ ਅੰਦਾਜ਼ਾ ਲਾਓ ਸਿੱਖ ਕਿੰਨਾ ਸੁਚੇਤ ਹੋਏਗਾ ਉਹ, ਜਿਹਨੇ ਨਾਲ ਨਾਲ ਗਿਣਤੀ ਰੱਖੀ ਦੀ। ਕਿੰਨਾ ਸੁਚੇਤ ਹੋਏਗਾ। ਆਪਾਂ ਤਾਂ ਥੋੜਾ ਸਮਾਂ ਕਥਾ ਵੀ ਸੁਣਨੀ ਹੋਵੇ ਤੇ ਕਿੰਨੇ ਕਿੰਨੇ ਫੁਰਨੇ ਬੰਦੇ ਦੇ ਮਨ ਵਿੱਚ ਆਉਂਦੇ ਰਹਿੰਦੇ ਜੀ। ਆਖੋ ਵਾਹਿਗੁਰੂ। ਕਈ ਕੁਝ ਸੋਚਦਾ ਰਹਿੰਦਾ ਬੰਦਾ। ਉਹ ਗੁਰੂ ਦਾ ਪਿਆਰਾ ਸਿੱਖ ਕਿੰਨਾ ਸੁਚੇਤ ਹੋਏਗਾ। ਕਹਿੰਦਾ ਮਹਾਰਾਜ 16,000 ਵਾਰ ਹੋ ਗਿਆ। ਸਤਿਗੁਰੂ ਕਹਿੰਦੇ ਹੁਣ ਇੰਨਾ ਲੰਮਾ ਤੇ ਨਹੀਂ ਲਿਖਣਾ, 16 ਵਾਰ ਲਿਖ ਦਿਓ। ਅਕਾਲ ਉਸਤਤ ਬਾਣੀ ਪੜ੍ਹਦਿਆਂ ਜਿੱਥੇ ਇਹ ਬੰਦ ਹੁੰਦੇ ਆ 16 ਵਾਰ ਜਿਹੜਾ ਤੂੰ ਹੀ ਆਖੇਗਾ 16,000 ਦਾ ਫਲ ਮਿਲ ਜਾਇਆ ਕਰੇਗਾ। ਹੁਣ ਗੱਲ ਤੇ ਮਹਾਰਾਜ ਦੇ ਬਚਨ ਦੀ ਹੈ ਨਾ। ਆਪਾਂ ਫਲ ਵੱਲ ਨਹੀਂ ਦੌੜਨਾ ਵੀ ਸਾਨੂੰ 16,000 ਦਾ ਫਲ ਮਿਲ ਜਾਵੇ, ਪਰ ਇਹ ਤੇ ਸਤਿਗੁਰੂ ਜੀ ਦਾ ਬਚਨ ਹੈ, ਸੁਤੇ ਸਿੱਧ ਹੀ ਵਰਤ ਜਾਣਾ ਜੀ। ਸੁਤੇ ਸਿੱਧ ਵਰਤ ਜਾਣਾ ਜੀ। ਸੋ ਕਦੇ ਅਕਾਲ ਉਸਤਤ ਬਾਣੀ ਦਾ ਪਾਠ ਕਰਕੇ ਵੇਖ ਲਿਓ, ਬੜਾ ਆਨੰਦ ਆਉਂਦਾ ਜੀ। ਅਕਾਲ ਉਸਤਤ ਬਾਣੀ ਦਾ ਪਾਠ, ਨਰੋਲ ਅਕਾਲ ਪੁਰਖ ਦੀ ਉਸਤਤ ਦੀ। ਕਿਸੇ ਦੂਜੇ ਬੰਦੇ ਦਾ ਜ਼ਿਕਰ ਨਹੀਂ ਆਇਆ ਅਕਾਲ ਉਸਤਤ ਵਿੱਚ ਜੀ। ਜਿਵੇਂ ਜਾਪ ਸਾਹਿਬ ਵਿੱਚ ਨਰੋਲ ਪਰਮੇਸ਼ਰ ਦੇ ਨਾਮਾਂ ਦਾ ਜ਼ਿਕਰ ਹੈ ਨਾ, ਬਸ ਉਸੇ ਤਰ੍ਹਾਂ ਅਕਾਲ ਉਸਤਤ ਵਿੱਚ ਨਰੋਲ ਅਕਾਲ ਦਾ ਹੀ ਜ਼ਿਕਰ ਆਇਆ ਜੀ। ਪਾਉਂਟਾ ਸਾਹਿਬ ਦੀ ਧਰਤੀ ਤੇ ਬੜੇ ਚੋਜ ਸਤਿਗੁਰੂ ਕਰਨਗੇ। ਜਿਵੇਂ ਜਿਵੇਂ ਪ੍ਰਸੰਗ ਆਏਗਾ ਉਵੇਂ ਉਵੇਂ ਆਪਾਂ ਕਥਾ ਸਰਵਣ ਕਰਾਂਗੇ। ਆਓ ਹੁਣ ਆਪਾਂ ਅਰਦਾਸ ਕਰੀਏ ਸਤਿਗੁਰੂ ਦੇ ਚਰਨਾਂ 'ਚ। ਮਹਾਰਾਜ ਅਸੀਂ ਬੜੀ ਵਾਰੀ ਡੋਲਦੇ ਹਾਂ, ਪਤਾ ਨਹੀਂ ਇੱਕ ਦਿਨ ਵਿੱਚ ਕਿੰਨੀ ਵਾਰੀ ਡੋਲ ਜਾਂਦੇ ਹਾਂ। ਆਪ ਕਿਰਪਾ ਕਰਿਓ ਸਤਿਗੁਰੂ, ਸਾਨੂੰ ਡੋਲਣ ਤੋਂ ਬਚਾਇਓ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਸਤਿਗੁਰੂ ਕਿਰਪਾ ਕਰੋ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਧੰਨ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਗੋਂ ਕੀ ਚੋਜ ਕਰਦੇ ਆ ਉਹ ਆਪਾਂ ਅਗਲੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।